ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਚਰਚਾ ਦੇ ਵਿੱਚ ਤੁਹਾਡਾ ਸਵਾਗਤ। ਪਿਆਰੇ ਦਰਸ਼ਕੋ, ਇੱਕ ਵਾਰ ਫੇਰ ਸੰਯੁਕਤ ਕਿਸਾਨ ਮੋਰਚੇ ਨੂੰ ਕਾਲ ਦੇਣੀ ਪਈ, ਸੱਦਾ ਦਿੱਤਾ ਕਿ ਆਓ ਦੁਬਾਰਾ ਜਿਹੜਾ ਮੁਲਤਵੀ ਕੀਤਾ ਸੀ ਆਪਣਾ ਮੋਰਚਾ ਦੁਬਾਰਾ ਸ਼ੁਰੂ ਕਰੀਏ। ਕਾਰਨ ਉਹੀ ਜਿਹੜੀਆਂ ਗੱਲਾਂ ਦਾ ਡਰ ਸੀ ਉਹੀ ਹੋਈਆਂ ਕਿ ਦੋਸ਼ ਸੰਯੁਕਤ ਮੋਰਚੇ ਨੇ ਲਾਇਆ। ਨਜ਼ਰ ਵੀ ਆ ਰਿਹਾ ਹੈ ਕਿ ਜਿਹੜਾ ਵਾਅਦਾ ਕੀਤਾ ਗਿਆ ਸੀ ਕੇਂਦਰ ਸਰਕਾਰ ਵੱਲੋਂ MSP ਦੀ ਗਰੰਟੀ ਦਾ ਤੇ ਕਮੇਟੀ ਬਣਾਉਣ ਦਾ, ਕਮੇਟੀ ਤਾਂ ਬਣਾਈ ਪਰ ਜਿਸ ਕਿਸਮ ਦੀ ਕਮੇਟੀ ਬਣੀ ਉਹ ਕਿਸਾਨ ਜਥੇਬੰਦੀਆਂ ਨੂੰ ਪਸੰਦ ਨਹੀਂ ਆਈ। ਇੱਕ ਤਾਂ ਵੱਡੀ ਮੰਗ ਇਹ ਹੈ ਕਿ MSP ਦੀ ਗਰੰਟੀ ਦਿੱਤੀ ਜਾਵੇ ਤੇ ਜਿਹੜੀ ਕਮੇਟੀ ਬਣੀ ਹੈ ਇਹਦਾ ਪੁਨਰਗਠਨ ਕਰਕੇ ਤੇ ਇਹਦੀਆਂ ਟਰਮਸ ਐਂਡ ਕੰਡੀਸ਼ਨ ਜਿਹੜੀਆਂ ਉਹ ਕਲੀਅਰ ਕੀਤੀਆਂ ਜਾਣ, ਉਹਦੇ ਵਿੱਚ MSP ਦੀ ਜਿਹੜੀ ਕਾਨੂੰਨੀ ਗਰੰਟੀ ਪਾਈ ਜਾਵੇ। ਦੂਜੀ ਗੱਲ, ਲਖੀਮਪੁਰ ਖੀਰੀ ਦਾ ਵੀ ਜਿਹੜਾ ਮਸਲਾ ਪਿਆ ਉਹਦੇ ਚ ਇਨਸਾਫ ਦੀ ਗੱਲ, ਤੇ ਫਿਰ ਜਿਹੜੇ ਕਿਸਾਨ ਮੋਰਚੇ ਦੇ ਦੌਰਾਨ 700 ਤੋਂ ਵੱਧ ਸ਼ਹੀਦ ਹੋਏ ਨੇ ਉਹਨਾਂ ਦੇ ਮੁਆਵਜ਼ੇ ਦੀ ਗੱਲ, ਜਿਨ੍ਹਾਂ ਤੇ ਕੇਸ ਹੋਇਆ ਕਿਸਾਨਾਂ ਤੇ ਕੇਸ ਵਾਪਸੀ ਦੀ ਗੱਲ, ਇੱਕ ਨਵੀਂ ਮੰਗ ਹੋਰ ਵੀ ਕਿਸਾਨਾਂ ਦੇ ਨਾਲ ਜੁੜੀ ਹੈ। ਅਗਨੀਪਥ ਜਿਹੜੀ ਯੋਜਨਾ ਆਈ ਹੈ ਇਸ ਨੂੰ ਰੱਦ ਕਰਨ ਦੀ ਮੰਗ। ਇਹ ਸਾਰੀਆਂ ਮੰਗਾਂ ਨੂੰ ਲੈ ਕੇ ਅੱਜ 11 ਵਜੇ ਤੋਂ ਲੈ ਕੇ 3 ਵਜੇ ਤੱਕ ਰੇਲ ਰੋਕਣ ਦਾ ਸੱਦਾ ਸੀ। ਬਹੁਤ ਥਾਵਾਂ ਤੇ ਮੈਂ ਦੇਖਿਆ, ਬਠਿੰਡਾ, ਪਟਿਆਲਾ, ਫਲੌਰ, ਜਲੰਧਰ, ਫਿਰੋਜ਼ਪੁਰ, ਲਗਭਗ ਜਿਹੜੇ ਵੱਡੇ ਸਟੇਸ਼ਨ ਨੇ ਉੱਥੇ ਟ੍ਰੇਨ ਜਿਹੜੀਆਂ ਗੱਡੀਆਂ ਰੋਕੀਆਂ ਗਈਆਂ। ਔਰ ਇੱਕ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਭਾਰਤੀ ਕਿਸਾਨ ਯੂਨੀਅਨ ਅਗਰਾਹਾਂ ਨੇ ਰੇਲ ਰੋਕਣ ਦੇ ਨਾਲ ਬੱਸਾਂ ਰੋਕਣ ਦਾ ਵੀ ਸੱਦਾ ਦਿੱਤਾ ਸੀ। ਸੋ ਇਹ ਸਾਰਾ ਕੁਝ ਚੱਲ ਰਿਹਾ ਤੇ ਪਿੱਛੇ ਜਿਹੜੀ ਵੱਡੀ ਗੱਲ ਇਹ ਹੈ ਕਿ ਕਿਸਾਨ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਨੇ। ਉਹਨਾਂ ਨੂੰ ਇਉਂ ਲੱਗ ਰਿਹਾ ਹੈ ਕਿਹਾ ਤਾਂ ਸਾਨੂੰ ਇਹ ਗਿਆ ਸੀ, ਐਡੀ ਵੱਡੀ ਐਜੀਟੇਸ਼ਨ ਤੋਂ ਬਾਅਦ ਸਾਡੇ ਪੱਲੇ ਕੁਝ ਵੀ ਨਹੀਂ ਪਿਆ, ਇਸ ਕਰਕੇ ਇਹ ਜਿਹੜਾ ਮੁਲਤਵੀ ਕੀਤਾ ਜਿਹੜਾ ਮੋਰਚਾ ਹੈ ਇਹਨੂੰ ਦੁਬਾਰਾ ਸ਼ੁਰੂ ਕੀਤਾ ਗਿਆ ਔਰ ਦੁਬਾਰਾ ਮੀਟਿੰਗ ਹੋਣੀ ਹੈ, ਅਗਲੀ ਰਣਨੀਤੀ ਘੜਨੀ ਹੈ। ਇਹ ਸਾਰੀਆਂ ਗੱਲਾਂ ਸਾਹਮਣੇ ਆਈਆਂ। ਇੱਕ ਗੱਲ ਹੋਰ ਦੱਸਣ ਦੀ ਜਿਹੜੀ ਹੈ ਇੱਥੇ ਜ਼ਰੂਰਤ ਹੈ ਕਿ ਜਿਹੜੇ ਪਿਛਲੇ ਮੋਰਚੇ ਦੇ ਦੌਰਾਨ 2-3 ਚਿਹਰੇ ਜਿਹੜੇ ਨਜ਼ਰ ਆਉਂਦੇ ਸੀ ਪ੍ਰੈਸ ਦੇ ਵਿੱਚ, ਜਿਨ੍ਹਾਂ 'ਚ ਗੁਰਨਾਮ ਸਿੰਘ ਚੜੂਨੀ ਤੇ ਬਲਵੀਰ ਸਿੰਘ ਰਾਜੇਵਾਲ, ਉਹ ਇਸ ਅੱਜ ਦੇ ਰੇਲ ਰੋਕੇ ਦੌਰਾਨ ਉਹ ਗਾਇਬ ਰਹੇ, ਮੰਫੀ ਰਹੇ। ਚੜੂਨੀ ਸਾਹਿਬ ਨੇ ਤਾਂ ਸਿੱਧਾ ਹੀ ਕਹਿਤਾ ਕਿ ਅਸੀਂ ਇਹਦੇ ਨਾਲ ਨਹੀਂ ਜਾਵਾਂਗੇ। ਸੋ ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਕਿਸ ਪਾਸੇ ਨੂੰ ਐਜੀਟੇਸ਼ਨ ਜਾ ਸਕਦੀ ਹੈ, ਕੀ ਹੋ ਸਕਦਾ ਆਉਣ ਵਾਲੇ ਟਾਈਮ 'ਚ, ਇਹ ਤੇ ਅੱਜ ਆਪਾਂ ਚਰਚਾ ਕਰਦੇ ਹਾਂ। ਤੇ ਚਰਚਾ ਕਰਨ ਲਈ ਸਾਡੇ ਨਾਲ ਜਿਹੜੇ ਮਹਿਮਾਨ ਨੇ ਉਹਨਾਂ ਦੇ ਵਿੱਚ ਸਰਦਾਰ ਹਰਜੀਤ ਸਿੰਘ ਭੁੱਲਰ ਸ਼੍ਰੋਮਣੀ ਅਕਾਲੀ ਦਲ ਤੋਂ ਸ਼ਾਮਲ ਨੇ ਔਰ ਪ੍ਰੋਫੈਸਰ ਜਗਤਾਰ ਸਿੰਘ ਸੰਘੇੜਾ ਸਾਹਿਬ ਸਾਡੇ ਨਾਲ ਆਮ ਆਦਮੀ ਪਾਰਟੀ ਤੋਂ ਸ਼ਾਮਲ ਹੋਏ ਨੇ ਇਸ ਪ੍ਰੋਗਰਾਮ ਦੇ ਵਿੱਚ। ਸਾਡੇ ਨਾਲ ਕਿਸਾਨ ਪ੍ਰਤੀਨਿਧ ਵਜੋਂ ਸਰਦਾਰ ਸਿੰਗਾਰਾ ਸਿੰਘ ਮਾਨ ਸਾਹਿਬ ਸ਼ਾਮਲ ਨੇ, ਸੂਬਾ ਸਕੱਤਰ ਨੇ ਭਾਰਤੀ ਕਿਸਾਨ ਯੂਨੀਅਨ ਅਗਰਾਹਾਂ ਤੇ ਸਹਿਜਪਾਲ ਸਿੰਘ ਬਰਾੜ ਸਾਡੇ ਨਾਲ ਸ਼ਾਮਲ ਨੇ ਕਾਂਗਰਸ ਪਾਰਟੀ ਤੋਂ। ਤੇ ਸੱਤਾਧਾਰੀ ਧਿਰ ਜੀ ਤੇ ਦੋਸ਼ ਲੱਗਦਾ ਕਿ ਵਾਅਦਾ ਖਿਲਾਫੀ ਕੀਤੀ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਸਾਡੇ ਨਾਲ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਸ਼ਾਮਲ ਨੇ। ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ। ਮਾਨ ਸਾਹਿਬ, ਮੈਂ ਗੱਲ ਤੁਹਾਡੇ ਤੋਂ ਸ਼ੁਰੂ ਕਰਨੀ ਹੈ। ਤੁਹਾਡਾ ਇਹ ਜਿਹੜਾ ਸ਼ੁਰੂ ਕੀਤਾ ਦੁਬਾਰਾ ਜਿਹੜਾ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਤੁਸੀਂ ਵੀ ਗਏ ਹੋ, ਭਾਵੇਂ ਉਹ ਤੁਸੀਂ ਉਹਨਾਂ ਜਥੇਬੰਦੀਆਂ ਦਾ, ਸੰਯੁਕਤ ਕਿਸਾਨ ਜਥੇਬੰਦੀਆਂ ਦਾ, ਕਿਉਂਕਿ 500 ਜਥੇਬੰਦੀਆਂ ਨੇ ਪੂਰੇ ਦੇਸ਼ ਦੇ ਵਿੱਚ ਹੋਇਆ, ਅਸੀਂ ਪੰਜਾਬ ਦੀ ਜ਼ਿਆਦਾ ਗੱਲ ਕਰ ਰਹੇ ਹਾਂ ਔਰ ਪੰਜਾਬ 'ਚ ਚੰਗਾ ਹੰਗਾਰਾ ਮਿਲਿਆ। ਕਿਵੇਂ ਲੱਗਦਾ ਮਾਨ ਸਾਹਿਬ, ਕੀ ਹੈ ਤੁਹਾਡੀ ਟਿੱਪਣੀ? ਦੇਖੋ ਜੀ, ਹੰਗਾਰਾ ਤਾਂ ਪਹਿਲਾਂ ਤੋਂ ਹੀ ਬਹੁਤ ਵਧੀਆ ਮਿਲ ਰਿਹਾ। ਲੋਕਾਂ ਵੱਲੋਂ ਹੰਗਾਰੇ ਦੀ ਕੋਈ ਕਸਰ ਨਹੀਂ ਹੁੰਦੀ। ਹੰਗਾਰਾ ਲੈਣ ਵਾਲੇ ਸੁਹਿਰਦ ਹੋ ਕੇ ਸਹੀ ਢੰਗ ਦੇ ਨਾਲ ਜਦੋਂ ਲੜਾਈ ਦੇ ਮੈਦਾਨ ਦੇ ਵਿੱਚ ਆਉਂਦੇ, ਲੋਕ ਕਿਤੇ ਵੀ ਪਿੱਠ ਨਹੀਂ ਦਿੰਦੇ ਹੁੰਦੇ। ਉਸੇ ਤਰ੍ਹਾਂ ਅੱਜ ਵੀ ਜੋ ਸੰਯੁਕਤ ਕਿਸਾਨ ਮੋਰਚੇ ਵੱਲੋਂ ਲਗਭਗ ਮਹੀਨਾ ਪਹਿਲਾਂ ਇਹ ਪ੍ਰੋਗਰਾਮ ਤੈਅ ਕਰ ਲਏ ਸੀ, ਜਿਹਦਾ ਅੱਜ ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਜੋ ਕਿਸਾਨ ਅੰਦੋਲਨ ਦੀਆਂ ਰਹਿੰਦੀਆਂ ਮੰਗਾਂ ਦਿੱਲੀ ਵਾਲੇ ਦੀਆਂ,
ਇਹਨਾਂ ਨੂੰ ਪੂਰੀਆਂ ਕਰਾਉਣ ਖਾਤਰ 4 ਘੰਟਿਆਂ ਦਾ ਜਿਹੜਾ ਚੱਕਾ ਜਾਮ ਕਰਨ ਦਾ ਸੀਗਾ। ਇਹਦੇ ਚ ਚੱਕਾ ਜਾਮ ਦਾ ਮਤਲਬ ਹੁੰਦਾ ਸੜਕਾਂ ਦੀ ਜਾਮ, ਰੇਲਾਂ ਦੀ ਜਾਮ। ਜਿਵੇਂ ਕਿ ਤੁਸੀਂ ਕਹਿ ਗਏ ਸੀ ਵੀ ਗਰਾਹਾਂ ਜਥੇਬੰਦੀ ਵੱਲੋਂ ਸੜਕਾਂ ਜਾਮ ਕਰਨ ਦਾ ਸੱਦਾ ਵੀ ਹੈ, ਗਰਾਹਾਂ ਜਥੇਬੰਦੀ ਵੱਲੋਂ ਨਹੀਂ, ਇਹ ਸੰਯੁਕਤ ਕਿਸਾਨ ਮੋਰਚੇ ਦਾ ਸੱਦਾ ਹੀ ਹੈ ਚੱਕਾ ਜਾਮ ਦਾ। ਇਸ ਕਰਕੇ ਉਸ ਕੜੀ ਤਹਿਤ ਸਾਡੀ ਜਥੇਬੰਦੀ ਵੱਲੋਂ ਵੀ ਰੇਲਾਂ ਵੀ ਰੁਕੀਆਂ ਗਈਆਂ ਪੰਜਾਬ ਦੇ ਵਿੱਚ, ਚੱਕਾ ਜਾਮ ਵੀ ਕੀਤਾ ਗਿਆ ਬਹੁਤ ਥਾਵਾਂ ਤੇ ਬਹੁਤ ਤਕੜਾ ਹੁੰਗਾਰਾ ਮਿਲਿਆ, ਕਿਉਂਕਿ ਲੋਕਾਂ ਨੂੰ ਪਤਾ ਹੀ ਹੈ ਵੀ ਅਸਲ ਵਿੱਚ ਲੜਾਈ ਬਿਨਾਂ, ਘੋਲ ਬਿਨਾਂ ਕੋਈ ਵੀ ਮਤਲਬ ਸਰਕਾਰ ਹੈ, ਚਾਹੇ ਉਹ ਕੇਂਦਰ ਦੀ ਸਰਕਾਰ ਹੈ, ਚਾਹੇ ਕੋਈ ਕਿਸੇ ਰਾਜ ਦੀ ਸਰਕਾਰ ਹੈ, ਉਹ ਸੰਘਰਸ਼ ਬਿਨਾਂ ਕੋਈ ਕਿਰਤੀ ਲੋਕਾਂ ਦੀ ਮੰਗ ਮੰਨਣ ਨੂੰ ਤਿਆਰ ਨਹੀਂ ਹੁੰਦੀ। ਇਸ ਕਰਕੇ ਲੋਕਾਂ ਨੇ ਉਹ ਸੰਘਰਸ਼ ਨੂੰ ਪਹਿਲ ਦਿੰਦਿਆਂ ਹੋਇਆ ਬਹੁਤ ਵੱਡਾ ਹੁੰਗਾਰਾ ਮਿਲਿਆ। ਜਿੱਥੇ ਅੱਜ ਦੇਖੋ ਕਹਾਂਗੇ ਤੁਹਾਡੇ ਜੇ ਪ੍ਰਤੀ ਮਾਨ ਸਾਹਿਬ, ਮੈਂ ਇਹ ਕਿਉਂ ਕਿਹਾ, ਜਿਹੜਾ ਉਗਰਾਹਾਂ ਗਰੁੱਪ ਨੇ ਸੜਕ ਰੋਕਣ ਦੀ ਗੱਲ ਵੀ ਕੀਤੀ, ਇਹ ਅੱਜ ਦੇ ਅਖਬਾਰਾਂ 'ਚ ਵੀ ਹੈ, ਇਹ ਗੱਲ ਕਹੀ ਵੀ ਗਈ, ਕਿਉਂਕਿ ਸ਼ਹੀਦ ਊਧਮ ਸਿੰਘ ਦਾ ਅੱਜ ਸ਼ਹੀਦੀ ਦਿਹਾੜਾ ਸੀ, ਇਸ ਕਰਕੇ ਬੱਸਾਂ ਨਹੀਂ ਰੋਕੀਆਂ ਜਾਣਗੀਆਂ। ਦੂਜੇ ਪਾਸੇ ਮੈਨੂੰ ਕਈ ਦੋਸਤਾਂ ਨੇ ਇਹ ਵੀ ਦੱਸਿਆ, ਜਿਹੜੇ ਭਾਰਤੀ ਕਿਸਾਨ ਯੂਨੀਅਨ ਨਾਲ ਸੰਬੰਧ ਰੱਖਦੇ ਨੇ, ਕਿ ਅੱਜ ਬਰਗਾੜੀ ਦੇ ਵਿੱਚ ਟੈਕਸੀ ਬੇਅਦਬੀ ਦਾ, ਇਸ ਕਰਕੇ ਵੀ ਅਸੀਂ ਜਿਹੜਾ ਨਹੀਂ ਬੱਸਾਂ ਜਿਹੜੀਆਂ ਰੋਕ ਰਹੇ, ਸਿਰਫ ਉਗਰਾਹਾਂ ਗਰੁੱਪ ਰੋਕ ਰਿਹਾ ਹੈ। ਖੈਰ ਚਲੋ ਕੋਈ ਗੱਲ ਨਹੀਂ, ਮੰਨ ਲੈਂਦੇ ਚੱਕਾ ਜਾਮ ਸੀ, ਵੈਸੇ ਇਹ ਗੱਲ ਕਹੀ ਗਈ ਸੀ। ਤੇ ਦੂਜੇ ਪਾਸੇ ਸਵਾਲ ਬਾਲੀਆ ਸਾਹਿਬ ਅੱਧਾ ਕਮੇਟੀ ਸੀ, ਅਸੀਂ ਮਤਲਬ ਜਥੇਬੰਦੀ ਵੱਲੋਂ ਜੋ ਵੀ ਮਤਲਬ ਸ਼ਹੀਦ ਊਧਮ ਸਿੰਘ ਨੂੰ ਮਤਲਬ ਮਨਾਉਣ ਲਈ ਜਥੇ ਜਾਣਗੇ ਉਹਨਾਂ ਨੂੰ ਛੋਟ ਦਿੱਤੀ ਹੋਈ ਸੀ, ਜੇ ਉਹਨਾਂ ਨੂੰ ਕੋਈ ਰੁਕਾਵਟ ਨਹੀਂ ਬਣਾਉਂਦੇ ਅਸੀਂ ਉਹਨਾਂ ਦਾ ਸਤਿਕਾਰ ਕਰਾਂਗੇ ਸਭ ਦਾ। ਠੀਕ ਹੈ ਮਾਨ ਸਾਹਿਬ, ਅਗਲਾ ਸਵਾਲ ਮੈਂ ਫਿਰ ਪੋਲੀਟੀਕਲ ਪਾਰਟੀਆਂ ਕੋਲ ਜਾਣਾ ਹੈ ਕਿ ਜਿਹੜੀਆਂ ਜਥੇਬੰਦੀਆਂ ਤੁਹਾਡੇ ਨਾਲ ਸ਼ਾਮਲ ਨਹੀਂ ਹੋਈਆਂ, 2 ਦਾ ਤਾਂ ਮੈਂ ਜ਼ਿਕਰ ਕੀਤਾ, ਇਹ ਕਿੰਨੀਆਂ ਕੁ ਜਥੇਬੰਦੀਆਂ ਨੇ, ਪਹਿਲੇ ਨਾਲੋਂ ਕਿੰਨਾ ਕੁ ਜਿਹੜੀ ਹੈ ਜਥੇਬੰਦੀਆਂ 'ਚ ਕਮੀ ਆਈ ਹੈ, ਇੱਕ 'ਚ ਕਮੀ ਆਈ ਲੱਗਦੀ ਹੈ ਤੁਹਾਨੂੰ? ਦੇਖੋ ਜੀ, ਇਹਨਾਂ ਦੇ ਪੰਜਾਬ ਦੇ ਵਿੱਚੋਂ ਸਿਰਫ 5 ਜਥੇਬੰਦੀਆਂ ਜਿਹੜੀਆਂ ਰਾਜੇਵਾਲ ਸਾਹਿਬ ਦੇ ਨਾਲ, ਜਿਹੜੀਆਂ ਨੇ ਲਿਆ ਹੋਇਆ ਚੋਣਾਂ ਵਾਲਾ। ਦੂਜੀਆਂ ਜਿੰਨੀਆਂ ਜਥੇਬੰਦੀਆਂ ਪੰਜਾਬ ਦੀਆਂ ਲਗਭਗ ਸੀਗੀਆਂ, ਉਹਨਾਂ ਨੇ ਆਪ ਦਾ ਉਹ ਲੇਖਾ ਜੋਖਾ ਕਰਕੇ ਮੰਨ ਲਿਆ ਵੀ ਚੋਣਾਂ 'ਚ ਜਾਣਾ ਗਲਤ ਸੀ, ਉਹ ਪੈਂਤੜਾ ਛੱਡ ਕੇ ਜੋ ਸੰਯੁਕਤ ਮੋਰਚੇ ਦਾ ਫੈਸਲਾ ਸੀ ਉਹਦੇ ਫੈਸਲੇ ਮੁਤਾਬਕ ਵਾਪਸ ਆ ਗਈਆਂ। ਜਿਵੇਂ 16 ਜਥੇਬੰਦੀਆਂ ਦਾ ਜ਼ਿਕਰ ਕਰਾਂਗੇ, ਉਹ 16 ਤੋਂ ਵੀ ਹੁਣ ਕੁਝ ਉਹਨਾਂ ਵਿੱਚ ਹੋਰ ਸ਼ਾਮਲ ਹੋ ਕੇ 22 ਦੇ ਲਗਭਗ ਉਹ ਵੀ ਹੋਈਆਂ ਪਈਆਂ। ਇਸ ਤੋਂ ਬਿਨਾਂ ਇਹਦੇ ਵਿੱਚ ਸ਼ਾਮਲ ਜਥੇਬੰਦੀ ਜਿਵੇਂ ਡੱਲੇਵਾਲ ਸਾਹਿਬ ਸੀ, ਉਹ ਇੱਕ ਵਾਰੀ ਬਾਹਰ ਹੈ, ਉਹਨੂੰ ਸਾਡੇ ਯਤਨ ਹੈ ਵੀ ਉਹ ਫੇਰ ਦੁਬਾਰਾ ਵਿੱਚ ਆਉਣ। ਇਸ ਤਰ੍ਹਾਂ ਅਸਲ ਵਿੱਚ ਜਿਹੜੀਆਂ ਪਾਸੇ ਹੈ, ਇਹ ਸਿਰਫ ਪੰਜਾਬ ਦੇ ਵਿੱਚ 5 ਜਥੇਬੰਦੀਆਂ। 6ਵੀਂ ਹਰਿਆਣੇ ਦੀ ਗੁਰਨਾਮ ਚੜੂਨੀ ਦਾ ਜਿਹੜਾ ਤੁਸੀਂ ਜ਼ਿਕਰ ਕੀਤਾ, ਕਿਉਂਕਿ ਉਹਨਾਂ ਦਾ ਉਹੀ ਪੈਂਤੜਾ ਹੈ ਜੀ ਇੱਥੇ ਚੋਣਾਂ ਵਾਲੇ 'ਚ ਹੈ। ਜੇ ਚੋਣਾਂ ਵਾਲਾ ਉਹਨਾਂ ਨੇ ਪੋਲੀਟੀਕਲ ਆਪਦਾ ਥੜਾ ਰੱਖਣਾ, ਫਿਰ ਇਹ ਸੰਯੁਕਤ ਮੋਰਚੇ ਦਾ ਜਿਹੜਾ ਅਸੀਂ ਮੋਟਾ ਜਿਹਾ ਨਿਯਮ ਬਣਾਇਆ, ਖਰੜਾ ਬਣਾਇਆ, ਉਹਦੇ ਵਿੱਚ ਇਹ ਆਗਿਆ ਨਹੀਂ ਦਿੰਦਾ। ਇਸ ਕਰਕੇ ਉਹ 5 ਪੰਜਾਬ 'ਚੋਂ ਜਿਹੜੀਆਂ ਜਥੇਬੰਦੀਆਂ ਪਾਸੇ ਹੈ, ਬਾਕੀ ਸਾਰੀਆਂ ਜਥੇਬੰਦੀਆਂ ਇਹਦੇ ਵਿੱਚ ਲਗਭਗ ਸ਼ਾਮਲ ਹੈ। ਮਤਲਬ ਤੁਸੀਂ ਇਹ ਕਹਿ ਸਕਦੇ ਹੋ ਕਿ ਅੱਜ ਦੇ ਜਿਹੜਾ ਇਸ ਰੇਲ ਰੋਕੋ ਜਾਂ ਚੱਕਾ ਜਾਮ 'ਚ 27 ਜਥੇਬੰਦੀਆਂ ਨੇ ਹਿੱਸਾ ਲਿਆ ਹੈ। ਇਹ ਮਾਨ ਸਾਹਿਬ ਤੁਸੀਂ ਇਹ ਕਹਿ ਰਹੇ ਹੋ, ਜੇ 5 ਜਥੇਬੰਦੀਆਂ ਨੂੰ ਆਪਾਂ ਕੱਢ ਦਈਏ ਤਾਂ ਪਹਿਲਾਂ 32 ਜਥੇਬੰਦੀਆਂ ਜਿਹੜੀਆਂ ਜਦੋਂ ਸੰਯੁਕਤ ਮੋਰਚੇ ਦੇ ਵਿੱਚ ਪੰਜਾਬ ਵੱਲੋਂ ਸ਼ਾਮਲ ਹੁੰਦੀਆਂ ਸੀ। ਖੈਰ ਠੀਕ ਹੈ, ਮੈਂ ਦੁਬਾਰਾ ਆਉਣਾ ਤੁਹਾਡੇ ਕੋਲ, ਆਪਾਂ ਪੋਲੀਟੀਕਲ ਪਾਰਟੀ ਦੀ ਗੱਲ ਸੁਣੀਏ ਪਹਿਲਾਂ। ਸੰਘੇੜਾ ਸਾਹਿਬ, ਕੀ ਲੱਗਦਾ ਕੀ ਹੈ, ਤੁਸੀਂ ਵੀ ਸੱਤਾਧਾਰੀ ਧਿਰ ਚੋਂ ਭਾਵੇਂ ਪੰਜਾਬ ਚੋਂ, ਤੇ ਪਹਿਲਾਂ ਤੁਸੀਂ ਕਿਸਾਨ ਮੋਰਚੇ ਦੀ ਬੜੇ ਜ਼ੋਰ ਸ਼ੋਰ ਨਾਲ ਗੱਲ ਕਰਦੇ ਸੀ ਕਿ ਅਸੀਂ ਕਿਸਾਨਾਂ ਨਾਲ ਹੈ, ਤੇ ਹੁਣ ਤੁਹਾਡਾ ਕੀ ਸਟੈਂਡ ਹੈ? ਸਾਡਾ ਸਟੈਂਡ ਤਾਂ ਉਹੀ ਰਹਿੰਦਾ ਹੁੰਦਾ ਵਾਲੀਆ ਸਾਹਿਬ, ਜਿਹੜਾ ਪਹਿਲਾਂ ਤੋਂ ਹੈਗਾ। ਅਸੀਂ ਅਸੂਲਾਂ ਤੇ ਚੱਲਣ ਵਾਲੀ ਪਾਰਟੀ ਹੈ। ਅਸੀਂ ਕਿਸਾਨ ਮੰਗਾਂ ਦੀ ਹਮੇਸ਼ਾ ਹੀ ਹਮਾਇਤ ਕੀਤੀ ਹੈ। ਜਿਹੜਾ ਅੱਜ ਦਾ ਸੱਦਾ ਵੀ ਸੀਗਾ ਕਿ ਕਿਸਾਨੀ ਜਥੇਬੰਦੀਆਂ ਵੱਲੋਂ, ਉਹ ਪਿਛਲੇ ਸੰਘਰਸ਼ ਦੀਆਂ ਮੰਗਾਂ ਦੇ ਨਾਲ ਹੀ ਜੁੜਿਆ ਹੋਇਆ ਹੈ। ਜਦੋਂ ਦਿੱਲੀ ਦੀਆਂ ਬਰੂਹਾਂ ਤੇ ਸਾਰੀਆਂ ਜਥੇਬੰਦੀਆਂ ਬੈਠੀਆਂ ਸੀ, ਜਾ ਕੇ ਕਿਸਾਨ ਬੈਠੇ ਸੀ ਸਾਰੇ, ਤੇ ਸਾਰੀ ਆਮ ਪਬਲਿਕ ਦਾ ਵੀ ਹਮਾਇਤ ਰਹੀ ਹੈ, ਜਿਹਦੇ ਵਿੱਚ ਮੁੱਖ ਤਾਂ ਸੀਗਾ MSP ਦੀ ਗਰੰਟੀ ਦੇਣੀ, ਜਿਹਦੇ ਤੋਂ BJP ਸਰਕਾਰ ਮੁੱਕਰ ਗਈ ਆ। ਲਖੀਮਪੁਰ ਖੇਰੀ 'ਚ ਕੇਂਦਰੀ ਮੰਤਰੀ ਦੇ ਬੇਟੇ ਨੇ ਕਿਸਾਨਾਂ ਦੇ ਉੱਪਰ ਪਿੱਛੋਂ ਕਾਰ ਚੜਾਤੀ ਸੀ, ਕੁਝ ਮੌਤਾਂ ਵੀ ਹੋਈਆਂ। ਉਹਦੇ ਵਿੱਚ ਉਲਟਾ ਕਿਸਾਨਾਂ ਤੇ ਵੀ ਕੁਝ ਮੁਕੱਦਮੇ ਦਰਜ ਹੋਏ ਸੀਗੇ। ਸੋ ਉਹਦੇ ਵਿੱਚ ਇਨਸਾਫ ਨਹੀਂ ਮਿਲਿਆ ਅਜੇ ਤੱਕ, ਨਾ ਤਾਂ ਕੇਂਦਰੀ ਮੰਤਰੀ ਨੂੰ ਬਰਖਾਸਤ ਕੀਤਾ, ਨਾ ਕੋਈ ਹੋਰ ਬਹੁਤੀ ਠੋਸ ਕਾਰਵਾਈ ਹੋਈ ਹੈ। ਔਰ ਕਿਸਾਨਾਂ ਤੇ ਜਿਹੜੇ ਮੁਕੱਦਮੇ ਸੀਗੇ ਉਹ ਵੀ ਉਦਾਂ ਹੀ ਲੰਬਿਤ ਹੈ। ਬਾਕੀ ਜਿੱਥੇ ਵੀ ਕਿਤੇ ਮੁਕੱਦਮੇ ਸੀਗੇ ਕਿਸਾਨਾਂ ਦੇ, ਉਹ ਵਾਪਸ ਲੈਣ ਦੀ ਗੱਲ ਹੋਈ ਸੀ। ਜਦੋਂ ਕਿਸਾਨ ਮੋਰਚਾ ਵਾਪਸ ਲਿਆਇਆ, ਉਹ ਵੀ ਨਹੀਂ ਮੁਕੱਦਮੇ ਵਾਪਸ ਲਏ। ਸਿਰਫ ਇੰਨਾ ਹੈ ਵੀ ਕਾਨੂੰਨ ਰੱਦ ਹੋ ਗਿਆ ਸੀਗੇ। ਬਾਕੀ ਜਿਹੜੀਆਂ ਨਾਲ ਉਹਦੇ ਜੁੜਵੀਆਂ ਮੰਗਾਂ ਸੀਗੀਆਂ, ਉਹਨਾਂ ਦੇ ਬਾਰੇ ਕਿਸਾਨ ਜਥੇਬੰਦੀਆਂ ਨੂੰ ਗਿਲਾ ਆ ਕਿ ਉਹਨਾਂ ਵਿੱਚੋਂ ਕੋਈ ਵੀ ਨਹੀਂ
ਮੰਗ ਪੂਰੀ ਹੋਈ। ਸੋ ਮੇਰੇ ਖਿਆਲ ਦੇ ਵਿੱਚ ਤਾਂ ਇਹਨਾਂ ਗੱਲਾਂ ਦੇ ਦੁਆਲੇ ਹੀ ਇਹ ਸਾਰਾ ਅੱਜ ਦਾ ਜਿਹੜਾ ਵੀ ਸੱਦਾ ਸੀਗਾ ਅੰਦੋਲਨ ਦਾ, ਉਹ ਇਹਨਾਂ ਗੱਲਾਂ ਦੇ ਦੁਆਲੇ ਘੁੰਮਦਾ ਆ। ਸੋ ਇਹ ਮੰਗਾਂ ਵਾਜਬ ਹੈ, ਸਿੱਧਾ ਇਹਨਾਂ ਦਾ ਕੇਂਦਰ ਸਰਕਾਰ ਨਾਲ ਸੰਬੰਧ ਹੈ, ਭਾਰਤੀ ਜਨਤਾ ਪਾਰਟੀ ਨਾਲ ਸੰਬੰਧ ਹੈ। ਔਰ ਜੋ ਇਹਨਾਂ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਆ, ਵਾਅਦਾ ਖਿਲਾਫੀ ਨਹੀਂ ਕਰਨੀ ਚਾਹੀਦੀ, ਉਹ ਮੰਗਾਂ ਪੂਰੀਆਂ ਕਰਨੀ ਚਾਹੀਦੀਆਂ। ਜੀ ਜੀ, ਧਾਲੀਵਾਲ ਸਾਹਿਬ, ਦੋਨਾਂ ਨੂੰ ਸੁਣਿਆ, ਮੈਂ ਫਿਰ ਜਾਣਾ ਬਾਕੀ ਪਾਰਟੀਆਂ ਕੋਲ। ਤੁਸੀਂ ਭਾਰਤੀ ਜਨਤਾ ਪਾਰਟੀ ਦੀ ਨੁਮਾਇੰਦਗੀ ਕਰ ਰਹੇ ਹੋ, ਇਹ ਕੀ ਵਾਅਦਾ ਖਿਲਾਫੀ ਕਿਉਂ ਹੋਈ? ਇਹ ਜਿਹੜਾ ਹੁਣ ਤੋਮਰ ਸਾਹਿਬ ਕਹਿ ਰਹੇ ਨੇ, ਅਸੀਂ ਤਾਂ ਗਾਰੰਟੀ ਕਿਹਾ ਹੀ ਨਹੀਂ ਸੀ ਕਿ ਕਾਨੂੰਨੀ ਗਾਰੰਟੀ ਦੇਵਾਂਗੇ MSP ਦੀ। ਹਾਲਾਂਕਿ ਕਿਸਾਨਾਂ ਨੇ ਮੋਰਚਾ ਚੱਕੇ ਹੀ ਤਾਂ ਸੀ ਜਦੋਂ ਇਹ ਕਿਹਾ ਸੀ ਵੀ ਕਮੇਟੀ ਬਣਾਵਾਂਗੇ, ਤੇ ਕਮੇਟੀ 29 ਮੈਂਬਰਾਂ ਦੀ 3 ਬੰਦੇ ਰੱਖ ਲਏ ਨੇ ਵੀ ਆਉਣਾ ਆਓ, ਨਹੀਂ ਤੁਹਾਡੀ ਮਰਜ਼ੀ ਹੈ। ਧਾਲੀਵਾਲ ਸਾਹਿਬ ਦੇਖੋ ਵਾਲੀਆ ਸਾਹਿਬ, ਮੈਂ 2 ਨੁਕਤਿਆਂ ਤੇ ਗੱਲ ਕਰੂੰਗਾ, ਮੈਨੂੰ ਥੋੜਾ ਸਮਾਂ ਦੇ ਦਿਓ ਜੀ। ਪਹਿਲਾ ਨੁਕਤਾ ਤਾਂ ਹੈਗਾ ਜਿਹੜਾ ਕਿਸਾਨ ਭਰਾ ਅੱਜ ਧਰਨੇ ਤੇ ਬੈਠੇ ਕਿਸਾਨ ਯੂਨੀਅਨਾਂ, ਉਹਨਾਂ ਦੇ ਗਿਲੇ ਸ਼ਿਕਵੇ ਸਿਰ ਮੱਥੇ ਆ, ਉਹਨਾਂ ਨੂੰ ਕਿਵੇਂ ਹੱਲ ਕਰਨਾ। ਦੂਜਾ, ਰਾਜ ਸਰਕਾਰ ਜਿਹੜੀ ਇਸ ਟਾਈਮ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਤਾਂ ਮੈਂ ਪਹਿਲੇ ਦੀ ਗੱਲ ਕਰਦਾ, ਜਿਹੜੇ ਅੱਜ ਕਿਸਾਨ ਭਰਾਵਾਂ ਨੇ ਧਰਨੇ ਦਿੱਤੇ ਹੈ ਕੇਂਦਰ ਸਰਕਾਰ ਦੇ ਖਿਲਾਫ, ਜੋ ਉਹਨਾਂ ਦੀਆਂ ਮੰਗਾਂ ਹੈਗੀਆਂ, ਉਹਨਾਂ ਦੀਆਂ ਮੰਗਾਂ ਨੂੰ ਪੂਰਨ ਕਰਨ ਦੇ ਵਾਸਤੇ ਮੈਂ ਅਗਰਾਹਾਂ ਜਥੇਬੰਦੀ ਦੇ ਸਾਡੇ ਨਾਲ ਨੁਮਾਇੰਦੇ ਨੇ, ਮੈਂ ਉਹਨਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਕੇਂਦਰ ਸਰਕਾਰ ਗੰਭੀਰ ਹੈ ਔਰ ਕੇਂਦਰ ਸਰਕਾਰ ਨੇ ਉਹਨਾਂ ਮੰਗਾਂ ਦੇ ਤਹਿਤ ਹੀ, ਜਿਹੜੀ ਲਖੀਮਪੁਰ ਖੀਰੀ ਦੀ ਪਹਿਲੀ ਆਪਾਂ ਗੱਲ ਕਰ ਲਈਏ ਤਾਂ ਉਹ ਮਾਨਯੋਗ ਸੁਪਰੀਮ ਕੋਰਟ ਦੀ ਨਿਗਾਹ ਦੇ ਥੱਲੇ ਸਾਰੀ ਕਾਰਵਾਈ ਚੱਲ ਰਹੀ ਹੈ। ਔਰ ਦੋਸ਼ੀ ਜਿਹੜੇ ਹੈਗੇ ਆ, ਭਾਵੇਂ ਮੰਤਰੀ ਦਾ ਪੁੱਤ ਸੀ, ਉਹ ਬਖਸ਼ਿਆ ਨਹੀਂ ਗਿਆ ਤੇ ਅੱਗੇ ਵੀ ਬਖਸ਼ਿਆ ਨਹੀਂ ਜਾਊਗਾ। ਜੋ ਵੀ ਕਾਨੂੰਨ ਦੇ ਮੁਤਾਬਕ ਉਹਦੀ ਸਜ਼ਾ ਬਣੂਗੀ, ਉਹਨੂੰ ਸਜ਼ਾ ਮਿਲੂਗੀ। ਦੂਜੀ ਗੱਲ ਜਿਹੜੀ MSP ਕਮੇਟੀ ਦੀ ਗੱਲ ਹੈ, ਜਿਹੜੀ ਤੁਸੀਂ 28 ਮੈਂਬਰਾਂ ਦੀ ਗੱਲ ਕਰਦੇ ਹੋ, ਮੈਨੂੰ ਹੈਰਾਨੀ ਹੁੰਦੀ ਹੈ ਗੱਲ ਕਰਕੇ। ਤੁਸੀਂ ਜਰਨਲਿਸਟ ਹੋ, ਪ੍ਰੋਫੈਸਰ ਵੀ ਹੋ। ਜਿਹੜੀ ਕਿਸਾਨਾਂ ਦੀ ਨੁਮਾਇੰਦਗੀ ਆ ਉਹਦੇ ਵਿੱਚ ਉਹ 5/3 ਦਾ ਇਤਰਾਜ਼ ਹੈ, ਬਾਕੀ ਤਾਂ ਸਰਕਾਰੀ ਨੁਮਾਇੰਦੇ ਰਹਿਣੇ ਆ। ਉਹ ਸਰਕਾਰ ਨੇ ਹੀ ਬਣਾਉਣੀ ਹੈ ਕਮੇਟੀ। ਤਾਂ ਕਿਸਾਨ ਜਿਹੜੇ ਇੱਕ ਪੱਖ ਦੇ 5 ਹੈ, ਇੱਕ ਪੱਖ ਦੇ 3 ਹੈ। ਔਰ ਮੈਂ ਦੂਜੇ ਵੀ ਪਲੇਟਫਾਰਮਾਂ ਤੇ ਗੱਲ, ਮੇਰੀ ਡੱਲੇਵਾਲ ਸਾਹਿਬ ਨਾਲ ਵੀ ਇੱਕ ਬਹਿਸ ਹੋਈ ਹੈ ਇੱਕ ਵਾਰੀ, ਉਹਨਾਂ ਨੇ ਵੀ ਇਹ ਗੱਲ ਕੀਤੀ ਕਿ ਹਾਂ, ਇਹ ਜਿਹੜੀ ਪ੍ਰਪੋਰਸ਼ਨ ਹੈ ਇਹ ਸਾਡੀ ਬਰਾਬਰ ਹੋਣੀ ਚਾਹੀਦੀ ਹੈ, ਜਿੱਥੇ ਕਿ ਗੱਲ ਇੱਕ ਲੋਕ ਹੈ ਕਿ MSP ਚਾਹੁੰਦੇ ਆ ਕਿ ਸਾਰੇ ਦੇਸ਼ ਦੀ ਫਸਲ ਸਰਕਾਰ ਚੱਕੇ। ਇੱਕ ਲੋਕ ਹੈ ਉਹ MSP ਚਾਹੁੰਦੇ ਆ ਕਿ ਜਿਹੜੀ ਸਾਡੇ ਤੇ ਜਿਹੜੀ ਤੁਸੀਂ 23 ਫਸਲਾਂ ਦੀ ਡਿਕਲੇਅਰ ਕਰਦੇ ਹੋ, ਉਦੋਂ ਘੱਟ ਕੋਈ ਵਪਾਰੀ ਵੇਚ ਨਾ ਸਕੇ। ਤਾਂ ਦੋਨੇ ਪਾਸੇ ਦੀ ਨੁਮਾਇੰਦਗੀ ਜਿਹੜੀ ਆ ਬਰਾਬਰ, ਉਹ ਦੋਨੇ ਤਰ੍ਹਾਂ ਦੀ ਗੱਲ ਹੈ ਜਿਹੜੀ ਉਹ ਹੋਣੀ ਚਾਹੀਦੀ ਹੈ। ਔਰ ਜਿਹੜੀ ਇਹ ਕਾਨੂੰਨੀ, ਇਹਦੀ ਸਾਡਾ ਕਾਨੂੰਨ ਕਿਵੇਂ ਬਣਨਾ, ਉਹਦੇ ਤੇ ਚਰਚਾ ਹੋਣੀ ਚਾਹੀਦੀ ਹੈ। ਉਹ ਕਾਨੂੰਨ ਬਣਾਉਣ ਦੇ ਵਿੱਚ ਕਿਸਾਨਾਂ ਦਾ ਯੋਗਦਾਨ ਹੋਣਾ ਚਾਹੀਦਾ। ਤਾਂ ਇਹ ਗੱਲ ਵਾਸਤੇ ਕੇਂਦਰ ਸਰਕਾਰ ਗੰਭੀਰ ਹੈ। ਜੇ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਕੇ ਸਾਰੀਆਂ, ਕਿਉਂਕਿ ਅਜੇ ਤੱਕ ਇਕੱਠ ਦਾ ਕੋਈ ਪਤਾ ਹੀ ਨਹੀਂ ਨਾ ਹੈਗਾ, ਜਿਵੇਂ ਅੱਜ ਦੇ ਆਪਾਂ ਵੇਖ ਲਿਆ, ਅੱਜ ਵੀ ਜਿਹੜਾ ਬੰਦ ਹੈ ਉਹਦਾ ਕਿਹੜਾ ਵਿਆਪਕ ਅਸਰ ਜਿਹੜਾ ਹੈਗਾ। ਭਾਵੇਂ ਪੰਜਾਬ ਸਰਕਾਰ ਪੱਬਾ ਭਾਰ ਹੋਈ ਫਿਰਦੀ ਸੀ, ਮੈਂ ਪੰਜਾਬ ਸਰਕਾਰ ਤੇ ਆਉਣਾ ਕਿ ਭਾਈ ਸਾਨੂੰ ਸੰਜੀਵਨੀ ਬੂਟੀ ਮਿਲ ਗਈ ਤੇ ਹੁਣ ਕੇਂਦਰ ਵੱਲ ਨੂੰ ਧੱਕ ਦਿਆਂਗੇ, ਕਾਂਗਰਸ ਵੱਲ ਨੂੰ, ਤੇ ਉਹਦੇ ਮੁਤਾਬਕ ਵੀ ਅੱਜ ਜਿਹੜਾ ਹੈਗਾ ਕੋਈ ਹੁੰਗਾਰਾ ਨਹੀਂ ਸਾਰਥਕ ਜਿਹੜਾ ਲੋਕਾਂ ਦਾ ਨਹੀਂ ਮਿਲਿਆ। ਹੁਣ ਜਿਹੜੀ ਗੱਲ ਕਰੀਏ ਆਪਾਂ ਮੌਜੂਦਾ ਰਾਜ ਸਰਕਾਰ ਦੀ, ਜਿਹੜੀ ਕਹਿੰਦੇ ਆ ਜੀ ਇਹਦਾ ਕੇਂਦਰ ਦੀਆਂ ਗੱਲਾਂ, ਮੈਂ ਪਹਿਲਾਂ ਇਹਨਾਂ ਨੂੰ ਪੁੱਛਣਾ ਚਾਹੁੰਦਾ, ਜਿਹੜਾ ਲੰਬੀ ਦੇ ਵਿੱਚ ਤੁਸੀਂ ਕਹਿੰਦੇ ਸੀ 1 ਖਰਬ ਦਾ ਮੁਆਵਜ਼ਾ ਵੰਡਣ ਚੱਲੇ ਮੁੱਖ ਮੰਤਰੀ ਸਾਹਿਬ, ਲੰਬੀ ਦੇ ਡਾਂਗਾ ਨਾਲ ਕੁੱਟਿਆ ਕਿਸਾਨਾਂ ਨੂੰ, ਔਰ ਸਾਰੇ ਕੁੱਟੇ ਵਿਚਾਰੇ। ਫਿਰ ਉਦੋਂ ਬਾਅਦ ਚੰਡੀਗੜ੍ਹ ਦਾ ਮੋਰਚਾ ਲੱਗਿਆ, ਫਿਰ ਉਦੋਂ ਬਾਅਦ ਸਿੱਧੀ ਬਜਾਈ ਦਾ, ਫਿਰ ਉਦੋਂ ਬਾਅਦ ਜਿਹੜਾ ਹੈਗਾ ਤੁਸੀਂ ਮੂੰਗੀ ਝੂਠ ਮਾਰਿਆ ਸਾਰੇ ਕਿਤੇ ਕਿ ਮੂੰਗੀ ਅਸੀਂ ਚੱਕਾਂਗੇ ਸਾਰੀ, ਵੀ ਜੋ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਚੈਨਲਾਂ ਤੇ ਕਿਹਾ ਕਿ ਮੇਰੀ ਜ਼ਿੰਮੇਵਾਰੀ ਨਹੀਂ ਚੱਕੀ ਗਈ। ਫਿਰ ਕਹਿੰਦੇ ਨਹੀਂ ਚੱਕੀ ਗਈ, ਮੁਆਵਜ਼ਾ ਦੇਵਾਂਗੇ, ਮੁਆਵਜ਼ਾ ਨਹੀਂ ਦਿੱਤਾ ਗਿਆ। ਇਹਨਾਂ ਦੇ ਖਿਲਾਫ ਧਰਨੇ ਕਿੱਥੇ ਹੈ? ਇਹਨਾਂ ਦੇ ਖਿਲਾਫ ਕਿੱਥੇ ਲੋਕ ਬੈਠੇ ਹੈ? ਜਿਹੜਾ ਵਾਅਦਾ ਖਿਲਾਫੀ ਹੈ ਉਹ ਰਾਜ ਸਰਕਾਰ ਕਰ ਰਹੀ ਹੈ, ਕੇਂਦਰ ਸਰਕਾਰ ਗੰਭੀਰ ਹੈ। ਮੈਂ ਦੁਬਾਰਾ ਕਿਸਾਨ ਆਗੂਆਂ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਕੇਂਦਰ ਸਰਕਾਰ ਤੁਹਾਡੇ ਨਾਲ ਆ। 90% ਦੀ ਫਸਲ ਪੰਜਾਬ ਦੀ ਕੇਂਦਰ ਸਰਕਾਰ ਚੱਕਦੀ ਆ ਭਰਾਵੋ, ਔਰ ਉਹਦੇ ਚੱਕਣ ਦੇ ਬਾਵਜੂਦ ਸਾਡੇ ਤੇ 1.5 ਲੱਖ ਕਰੋੜ ਰੁਪਏ ਦੀ ਸਬਸਿਡੀ ਅਸੀਂ ਦਿੰਦੇ ਆ, ਉਹ ਚੱਕਣ ਦੇ ਬਾਵਜੂਦ, ਉਹ ਸਬਸਿਡੀ ਦੇਣ ਦੇ ਬਾਵਜੂਦ ਸਾਡੇ ਖਿਲਾਫ ਧਰਨੇ। ਮੇਰੇ ਖਿਆਲ 'ਚ ਇਹ ਗੱਲ ਤੁਹਾਨੂੰ ਦੁਬਾਰਾ ਇੱਕ ਵਾਰੀ ਜ਼ਰੂਰ ਦੱਸਣੀ ਚਾਹੀਦੀ ਹੈ। ਧਾਲੀਵਾਲ ਸਾਹਿਬ, ਲੇਕਿਨ ਜਿਹੜੀਆਂ 2-3 ਗੱਲਾਂ ਤੁਸੀਂ ਕਹੀਆਂ ਨੇ, ਉਹਨਾਂ 'ਚ ਇੱਕ ਗੱਲ ਹੈ ਕਿ ਤੋਮਰ ਸਾਹਿਬ ਨੇ ਸਪਸ਼ਟ ਕਹਿਤਾ ਕਿ ਅਸੀਂ ਕਦੇ ਵੀ ਨਹੀਂ ਕਿਹਾ ਸੀ ਕਿ ਅਸੀਂ ਕਾਨੂੰਨੀ ਗਾਰੰਟੀ ਦੇਵਾਂਗੇ, ਨਾ ਹੀ ਜਿਹੜੀ ਕਮੇਟੀ ਬਣਾਈ ਹੈ ਉਹਦੇ ਦਾਇਰੇ ਦੇ ਵਿੱਚ MSP ਦੀ ਕਾਨੂੰਨੀ ਗਾਰੰਟੀ ਆਉਂਦੀ ਹੈ। ਤੇ ਜਿਹੜੀਆਂ ਤੁਸੀਂ ਕਿਸਾਨ ਜਥੇਬੰਦੀਆਂ ਦੀ ਗੱਲ ਕਰਦੇ ਹੋ, ਉਹ ਭਾਰਤੀ ਜਨਤਾ ਪਾਰਟੀ ਦੀਆਂ ਆਪਦੀਆਂ ਵਿੰਗ ਨੇ,
ਜਿਨ੍ਹਾਂ ਨੂੰ ਤੁਸੀਂ ਕਿਸਾਨ ਦੇ ਤੌਰ ਤੇ ਪੇਸ਼ ਕੀਤਾ ਹੋਇਆ ਹੈ। ਔਰ ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਜਿਹੜੇ ਅਗਰਵਾਲ ਸਾਹਿਬ ਨੇ, ਚਾਹੇ ਉਹ ਜਿਹੜੇ ਨੀਤੀ ਆਯੋਗ ਵਾਲੇ ਨੇ, ਇਹ ਸਾਰੇ ਪਹਿਲਾਂ ਇਹ ਕਾਨੂੰਨਾਂ ਦੇ ਹੱਕ 'ਚ ਡਰਾਫਟ ਕਰਨ ਵਾਲੇ ਨੇ ਬਲਕਿ, ਤੇ ਉਹਨਾਂ ਤੋਂ ਸਾਨੂੰ ਕੀ ਆਸ ਹੋ ਸਕਦੀ ਹੈ। ਬਹੁਤ ਸਾਰੇ ਮਸਲੇ ਨੇ ਕਿਸਾਨਾਂ ਦੇ, ਤੇ ਹੁਣ ਤਾਂ ਨਵਾਂ ਮੰਗ ਵੀ ਅਗਨੀਪਥ ਵੀ ਜੁੜ ਗਈ। ਇਹ ਸਾਰੇ ਤੇ ਆਪਾਂ ਚਰਚਾ ਜਾਰੀ ਰੱਖਾਂਗੇ। ਹੁਣ ਲਵਾਂਗੇ ਇੱਕ ਬ੍ਰੇਕ। चर्चा चर्चा ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਸਵਾਗਤ। ਪਿਆਰੇ ਦਰਸ਼ਕੋ, ਸਾਰੀ ਦੁਨੀਆ ਨੇ ਇੱਕ ਬਹੁਤ ਵੱਡੀ ਇਤਿਹਾਸਕ ਐਜੀਟੇਸ਼ਨ ਦੇਖੀ ਸੀ, ਜਿਹਦੇ ਵਿੱਚ ਕਿਸਾਨ ਲਹਿਰ ਨੇ ਦਿੱਲੀ ਜਾ ਕੇ ਜਿਸ ਤਰ੍ਹਾਂ ਦੀ ਜਿੱਤ ਪ੍ਰਾਪਤ ਕੀਤੀ। ਲੇਕਿਨ ਹੁਣ ਇਉਂ ਲੱਗਣ ਲੱਗ ਗਿਆ, ਅੱਜ ਜਿਵੇਂ ਆਪਾਂ ਸੁਣ ਰਹੇ ਹਾਂ ਕਿਸਾਨਾਂ ਨੂੰ, ਜਿਵੇਂ ਦੁਬਾਰਾ ਕਿਸਾਨ ਬੈਠ ਗਏ ਨੇ ਸੜਕਾਂ ਤੇ ਟਰੈਕ ਤੇ, ਕਿ ਉਹ ਜਿੱਤ ਅਧੂਰੀ ਸੀ। ਖੁਸ਼ੀ ਤਾਂ ਵੱਡੀ ਬਣਾਈ ਗਈ ਸੀ, ਪਰ ਉਹ ਖੁਸ਼ੀ ਹੁਣ ਐਂ ਲੱਗਦਾ ਹੈ ਕਿ ਕੋਈ ਵੀ ਮੰਗ ਨਹੀਂ ਮੰਨੀ ਗਈ, ਸਿਰਫ ਕਾਨੂੰਨ ਰੱਦ ਹੋਏ ਨੇ। ਦੇਖੋ, ਨਾ ਤਾਂ ਕੇਸ ਵਾਪਸ ਹੋਏ, ਨਾ ਹੀ ਜਿਹੜਾ ਮੁਆਵਜ਼ਾ ਮਿਲਿਆ। ਉਦੋਂ ਵੱਡੀਆਂ ਵੱਡੀਆਂ ਗੱਲਾਂ ਕਹੀਆਂ ਗਈਆਂ ਸੀ। ਭੁੱਲਰ ਸਾਹਿਬ, ਕੀ ਹੈ ਕਹਿਣਾ ਤੁਹਾਡਾ? ਇਸ ਤਰ੍ਹਾਂ ਹੈਗਾ ਕਿ ਦੋਵੇਂ ਹੀ ਧਿਰਾਂ ਕਿਤੇ ਨਾ ਕਿਤੇ ਕਹ ਲਓ ਵੀ ਜਾਂ ਦੇ ਕਾਹਲੀ ਚ ਸੀਗੀਆਂ, ਜਾਂ ਆਪਣੇ ਜਿਹੜੇ ਕਿਸਾਨ ਯੂਨੀਅਨ ਦੇ ਲੀਡਰ ਸੀਗੇ ਕਈ, ਉਹਨਾਂ ਨੂੰ ਵੀ ਕਾਹਲੀ ਸੀ ਸ਼ਾਇਦ ਪੰਜਾਬ ਚ ਆ ਕੇ ਇਲੈਕਸ਼ਨ ਲੜਨ ਦੀ। ਔਰ ਕਾਹਲੀ ਚ ਲਿਆ ਹੋਇਆ ਫੈਸਲਾ ਸੀਗਾ। ਉਸ ਟਾਈਮ ਇਹ ਖਿਆਲ ਨਹੀਂ ਕੀਤਾ ਗਿਆ ਵੀ 1 ਸਾਲ ਤੱਕ ਇੱਕ ਐਸਾ ਮੋਰਚਾ ਜਿਹੜਾ ਦੁਨੀਆ ਦੇ ਵਿੱਚ ਆਪਣੇ ਆਪ ਚ ਇੱਕ ਇਤਿਹਾਸ ਬਣਾਤਾ ਸੀ ਨੇ, ਜਿਹਦੇ ਵਿੱਚ 750 ਦੇ ਕਰੀਬ ਕਿਸਾਨ ਜਿਹੜੇ ਸੀ ਉਹ ਸ਼ਹੀਦ ਹੋ ਗਏ। ਔਰ ਅਸੀਂ ਬੜੀ ਕਾਹਲੀ 'ਚ ਫੈਸਲਾ ਲੈ ਕੇ ਔਰ ਉਹ ਮੋਰਚਾ ਚੱਕ ਕੇ ਤੇ ਅਸੀਂ ਪੰਜਾਬ ਨੂੰ ਤੁਰ ਪਏ ਵੀ ਪੰਜਾਬ ਦੀ ਇਲੈਕਸ਼ਨ ਜਾ ਕੇ ਲੜਨੀ ਹੈ। ਔਰ ਦੂਸਰੀ ਗੱਲ ਇਹ ਸੀ ਵੀ ਉਸ ਮੋਰਚੇ ਦੇ ਵਿੱਚ ਜਿਹੜੀ ਗੱਲ ਸੀ ਵੀ ਹਰ ਧਿਰ ਨੇ ਉਹਤੇ ਮਦਦ ਕੀਤੀ ਹੈ। ਮੈਂ ਨਹੀਂ ਕਹਿੰਦਾ ਵੀ ਸਿਰਫ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ, ਬਾਕੀ ਲੋਕਾਂ ਨੇ ਵੀ ਕੀਤੀ। ਪਰ ਜਿਸ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਨਿੰਦਿਆ ਜਾਂਦਾ ਰਿਹਾ ਉੱਥੇ ਸਟੇਜਾਂ ਤੋਂ, ਜਿਸ ਤਰੀਕੇ ਨਾਲ ਸਿਰਫ ਭੰਡੀ ਪ੍ਰਚਾਰ ਅਕਾਲੀ ਦਲ ਦੇ ਖਿਲਾਫ ਹੀ ਕੀਤਾ ਜਾਂਦਾ ਰਿਹਾ, ਚਾਹੇ ਜਾ ਕੇ ਲੋਕ ਸਭਾ ਦਾ ਘਰਾਓ ਕਰਨ ਦੀ, ਸੰਸਦ ਦਾ ਘਰਾਓ ਕਰਨ ਦੀ ਗੱਲ ਸੀਗੀ, ਉਹਦੇ ਵਿੱਚ ਵੀ ਜਿਸ ਤਰੀਕੇ ਨਾਲ ਕਈ ਲੀਡਰਾਂ ਨੂੰ ਜਲੀਲ ਕੀਤਾ ਗਿਆ, ਇਹ ਬੜਾ ਮੰਦਭਾਗਾ ਸੀਗਾ। ਔਰ ਜਦੋਂ ਵਾਪਸ ਆ ਗਏ, ਵਾਪਸ ਆਉਣ ਤੋਂ ਬਾਅਦ ਜਿਸ ਤਰ੍ਹਾਂ ਆਪਸ ਫਟ ਗਏ, ਆਪਸ ਦੇ ਵਿੱਚ ਗਰੁੱਪਬਾਜ਼ੀ ਹੋ ਗਈ ਔਰ ਇਲੈਕਸ਼ਨ ਵੱਲ ਨੂੰ ਚਲੇ ਗਏ। ਔਰ ਲੋਕਾਂ ਨੇ ਜੋ ਫਤਵਾ ਦਿੱਤਾ ਇਹਨਾਂ ਨੂੰ, ਉਤੋਂ ਦੇ ਸਮਝ ਲੱਗ ਗਈ ਸੈਂਟਰ ਸਰਕਾਰ ਨੂੰ ਵੀ ਹੁਣ ਇਹਨਾਂ ਦੇ ਪੱਲੇ ਕੁਝ ਨਹੀਂ, ਆਪਸ ਇਹ ਲੜ ਬਚੇ ਨੇ, ਇਹਨਾਂ ਨੂੰ ਹੁਣ ਅਸੀਂ ਜਿਸ ਤਰ੍ਹਾਂ ਮਰਜ਼ੀ ਟੈਕਲ ਕਰ ਲਾਂਗੇ, ਕੋਈ ਪਰਵਾਹ ਕਰਨ ਦੀ ਲੋੜ ਨਹੀਂ। ਔਰ ਕੇਂਦਰ ਸਰਕਾਰ ਨੇ ਉਸ ਚੀਜ਼ ਦਾ, ਉਸ ਮੌਕੇ ਦਾ ਪੂਰਾ ਫਾਇਦਾ ਚੱਕਿਆ। ਜਿਸ ਤਰੀਕੇ ਨਾਲ ਜਿਹੜੇ ਗ੍ਰੀਨ ਰੈਵੋਲੂਸ਼ਨ ਦੇ ਵਿੱਚ ਜਿਨ੍ਹਾਂ ਕਿਸਾਨਾਂ ਨੇ ਹਿੰਦੁਸਤਾਨ ਦਾ ਢਿੱਡ ਭਰਿਆ, ਜਿਹੜਾ ਕਿਸਾਨ ਪੰਜਾਬ ਦਾ ਅੱਜ ਵੀ ਹਿੰਦੁਸਤਾਨ ਦਾ ਸਭ ਤੋਂ ਵੱਧ ਜਿਹੜਾ ਅੰਨਦਾਤਾ ਹੈ, ਪ੍ਰਦਾਨ ਕਰਦਾ ਹੈ, ਅੱਜ ਉਹਨੂੰ ਜਿਸ ਤਰੀਕੇ ਨਾਲ ਬਿਲਕੁਲ ਅੱਖੋਂ ਪਰੋਖੇ ਕਰਕੇ ਰੱਖ ਦਿੱਤਾ ਗਿਆ, ਜਿਸ ਤਰੀਕੇ ਨਾਲ ਜਲੀਲ ਕਰ ਦਿੱਤਾ ਗਿਆ, ਉਹਦੇ ਵਿੱਚ ਭਾਗੀਦਾਰੀ ਅਗਰ ਕੇਂਦਰ ਸਰਕਾਰ ਦੀ ਹੈ ਤੇ ਉਹਦੇ ਵਿੱਚ ਭਾਗੀਦਾਰੀ ਉਹਨਾਂ ਲੀਡਰਾਂ ਦੀ ਹੈ ਜਿਨ੍ਹਾਂ ਨੂੰ ਰਾਜਨੀਤਿਕ ਤੌਰ ਦੇ ਉੱਤੇ ਚਾਹਨ ਸੀ ਵੀ ਅਸੀਂ ਪਤਾ ਨਹੀਂ ਕੀ ਖੱਟ ਲੈਣਾ ਹੈ। ਉਹਨਾਂ ਲੋਕਾਂ ਦੀ ਵੀ ਹੈਗੀ ਹੈ ਜਿਨ੍ਹਾਂ ਨੇ ਉਸ ਮੋਰਚੇ ਦਾ ਫਾਇਦਾ ਚੱਕਣ ਦੀ ਕੋਸ਼ਿਸ਼ ਕੀਤੀ ਹੈ ਆਪਣੇ ਨਿੱਜੀ ਹਿੱਤਾਂ ਕਰਕੇ। ਔਰ ਅੱਜ ਅਸੀਂ ਬੈਕਫੁੱਟ ਤੇ ਆਏ ਖੜੇ ਹੋ ਗਏ ਜਦੋਂ ਸਾਨੂੰ ਕੇਂਦਰ ਫਿਰ ਜਿਹੜਾ ਅੱਖਾਂ ਦਿਖਾਉਣ ਲੱਗ ਗਿਆ। ਔਰ ਦੂਜੀ ਗੱਲ ਮੈਂ ਕਹੂੰਗਾ, ਇੱਥੇ ਮੇਰੇ ਮਾਨਯੋਗ ਮਾਨ ਸਾਹਿਬ ਬੈਠੇ ਨੇ, ਬਹੁਤ ਹੀ ਸਤਿਕਾਰਯੋਗ ਨੇ ਸਾਡੇ, ਉਹ ਵੀ ਤੁਸੀਂ ਪੰਜਾਬ ਦੇ ਵਿੱਚ ਪਹਿਲਾਂ ਵੀ ਬੜੀ ਲੰਬਾ ਚੌਰ ਮੋਰਚਾ ਲਾ ਕੇ ਰੱਖਿਆ, ਉਹ ਚ ਪੰਜਾਬ ਦਾ ਨੁਕਸਾਨ ਹੀ ਹੋਇਆ, ਕੋਈ ਫਾਇਦਾ ਨਹੀਂ ਹੋਇਆ ਉਹਦੇ ਵਿੱਚ। ਜੇ ਮੋਰਚਾ ਜਿੱਥੇ ਤੁਸੀਂ ਖਤਮ ਕੀਤਾ ਸੀ, ਮੋਰਚਾ ਉੱਥੋਂ ਹੀ ਸ਼ੁਰੂ ਕਰੋ। ਪੰਜਾਬ ਦੇ ਵਿੱਚ ਕਿਉਂ ਨਹੀਂ ਲਾਉਣਾ? ਪੰਜਾਬ ਦੇ ਵਿੱਚ ਤੇ ਤੁਸੀਂ ਪਹਿਲਾਂ ਵੀ ਲਾ ਕੇ ਦੇਖ ਲਿਆ, ਪੰਜਾਬ ਤੋਂ ਚੱਲ ਕੇ ਦਿੱਲੀ ਜਾਣਾ ਪਿਆ ਸੀ ਤੇ ਹੁਣ ਵੀ ਦਿੱਲੀੋਂ ਹੀ ਜਾਣ ਦੀ ਲੋੜ ਹੈਗੀ ਹੈ। ਪੰਜਾਬ ਦੇ ਵਿੱਚ ਮੋਰਚੇ ਲਾਉਣ ਦੀ ਲੋੜ ਨਹੀਂ ਹੈਗੀ। ਪੰਜਾਬ ਦੇ ਲੋਕ ਤੇ ਤੁਹਾਡਾ ਅੱਜ ਵੀ ਖੜੇ ਆ, ਅੱਜ ਵੀ ਉਹ ਪਿੱਛੇ ਨਹੀਂ ਹਟੇ, ਕਿਉਂਕਿ ਪੰਜਾਬ ਦੇ ਲੋਕ ਪੰਜਾਬ ਦੇ ਹਿੱਤਾਂ ਵਾਸਤੇ, ਕਿਸਾਨਾਂ ਵਾਸਤੇ ਹਰ ਵਕਤ ਲੜਨ ਲਈ ਤਿਆਰ ਨੇ। ਫਿਰ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ, ਚਾਹੇ ਬਾਕੀ ਪਾਰਟੀਆਂ ਵੀ ਹੋਣ, ਜਾਂ ਬਾਕੀ ਪਾਰਟੀਆਂ ਦੇ ਸੰਬੰਧਿਤ ਲੋਕ ਵੀ ਹੋਣ, ਕਿਉਂਕਿ ਮੈਕਸਿਮਮ ਲੋਕ ਕਿਸਾਨੀ ਨਾਲ ਜੁੜੇ ਹੋਏ ਲੋਕ ਨੇ ਔਰ ਧਰਨਾ ਆ ਕੇ ਖੜਨ ਨੂੰ ਤਿਆਰ ਨੇ। ਪਰ ਪੰਜਾਬ ਦੀ ਜਿਹੜੀ ਆਰਥਿਕ ਅਵਸਥਾ ਹੈਗੀ ਹੈ, ਆਲਰੇਡੀ ਜਿਹੜੀ ਹੁਣ ਪਾਰਟੀ ਆਈ ਹੈ, ਇਹਨੇ ਸੱਤਿਆਨਾਸ਼ ਕੀਤਾ ਹੋਇਆ, ਚਾਹੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੈ, ਚਾਹੇ ਆਰਥਿਕ ਤੌਰ ਦੇ ਉੱਤੇ ਹੈ, ਇੰਨੀ ਮਾਰ ਪੈ ਰਹੀ ਹੈ ਲੋਕਾਂ ਨੂੰ। ਉਹਨੂੰ ਹੋਰ ਨਾ ਪਾਓ। ਤੁਸੀਂ ਮੋਰਚਾ ਲਾਉਣਾ ਚਾਹੁੰਦੇ ਹੋ, ਤੁਸੀਂ ਲਾਓ, ਜੀ ਸਦਕੇ ਅਸੀਂ ਤੁਹਾਡੇ ਨਾਲ ਹੈ, ਅਸੀਂ ਡਟ ਕੇ ਤੁਹਾਡਾ ਸਾਥ ਦੇਵਾਂਗੇ। ਲੇਕਿਨ ਲਾਓ ਦਿੱਲੀ ਦੇ ਬਰੂਹਾਂ ਦੇ ਉੱਤੇ ਜਾ ਕੇ, ਜਿੱਥੋਂ ਤੁਸੀਂ ਖਤਮ ਕੀਤਾ ਸੀ ਮੋਰਚਾ, ਜਿੱਥੋਂ ਤੁਸੀਂ ਮੋਰਚਾ ਚੱਕ ਕੇ ਆਏ ਸੀ ਵਾਪਸ, ਉੱਥੇ ਲਾਓ। ਤੁਸੀਂ ਪੰਜਾਬ ਦੀ ਸਥਿਤੀ ਨੂੰ ਆਪਾਂ ਨਾ ਵਿਗਾੜੀਏ, ਇਹਦਾ ਫਾਇਦਾ ਸਾਨੂੰ ਪੰਜਾਬ ਨੂੰ ਨਹੀਂ ਹੋਣਾ।
ਭੁੱਲਰ ਸਾਹਿਬ ਤੁਹਾਡਾ ਸੁਝਾਅ ਆ ਗਿਆ। ਆਪਾਂ ਮਾਨ ਸਾਹਿਬ ਨਾਲ ਕਰਦੇ ਹਾਂ ਗੱਲ, ਲੇਕਿਨ ਪਹਿਲਾਂ ਸਹਿਜਪਾਲ ਸਿੰਘ ਬਰਾੜ ਦੇ ਨਾਲ ਗੱਲ ਕਰਾਂਗੇ। ਪਿਆਰੇ ਦਰਸ਼ਕੋ, ਜਿਹੜੀ ਹਰਜੀਤ ਸਿੰਘ ਭੁੱਲਰ ਹੋਰਾਂ ਨੇ ਗੱਲ ਕੀਤੀ ਹੈ ਕਿ ਜਿਹੜੇ ਬੰਦੇ ਸਿੱਧਾ ਉਹਨਾਂ ਦਾ ਜਿਹੜਾ ਸੰਕੇਤ ਸੀ ਬਲਵੀਰ ਸਿੰਘ ਰਾਜੇਵਾਲ ਜਾਂ ਜਿਨ੍ਹਾਂ ਨੇ ਚੋਣਾਂ ਲੜੀਆਂ ਜਿਹੜੀਆਂ ਜਥੇਬੰਦੀਆਂ ਨੇ, ਕਿਤੇ ਨਾ ਕਿਤੇ ਇਹ ਗੱਲ ਉਹਨਾਂ ਦੀ ਠੀਕ ਹੈ ਕਿ ਫੁੱਟ ਪੈਣ ਦਾ ਇੱਕ ਵੱਡਾ ਕਾਰਨ ਕਿਸਾਨਾਂ 'ਚ ਏਕਤਾ ਟੁੱਟਣ ਦਾ ਕਾਰਨ ਇਹ ਗੱਲ ਬਣੀ ਹੈ। ਲੇਕਿਨ ਇਹਦੇ 'ਚ ਵੀ ਆਪਾਂ ਇਹ ਕਹੀਏ ਕਿ ਸਿਆਸਤ ਬੜੀ ਬਹੁਤ ਅਜਿਹੀ ਚੀਜ਼ ਹੈ, ਬੜੀ ਘੱਟ ਸਮਝ ਆਉਂਦੀ ਹੈ। ਕਿਸੇ ਟਾਈਮ ਜਦੋਂ ਕੇਜਰੀਵਾਲ ਸਾਹਿਬ ਇਹ ਕਹਿੰਦੇ ਸੀ ਕਿ ਅਸੀਂ ਸੋਚ ਰਹੇ ਹਾਂ, ਅਸੀਂ ਮੁੱਖ ਮੰਤਰੀ ਦਾ ਚਿਹਰਾ, ਇਸ ਤਰ੍ਹਾਂ ਗੱਲ ਉਡਾ ਦਿੱਤੀ ਗਈ ਕਿ ਰਾਜੇਵਾਲ ਸਾਹਿਬ ਤਾਂ ਰਾਤ ਨੂੰ ਸੋਚਦੇ ਸੀ ਮੈਂ ਮੁੱਖ ਮੰਤਰੀ ਬਣਿਆ ਤੇ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਉਹਨਾਂ ਤੇ ਠਿੱਬੀ ਲੱਗੀ, ਉਹ ਵੀ ਆਪਣੇ ਆਪ 'ਚ ਉਹ ਠਿੱਬੀ ਇਕੱਲੇ ਰਾਜੇਵਾਲ ਨੂੰ ਲੱਗੀ, ਉਹ ਕਿਸਾਨਾਂ ਦੇ ਏਕਤੇ ਨੂੰ ਵੀ ਲੱਗੀ ਹੈ। ਇਹ ਵੀ ਗੱਲ ਹੈ, ਲੋਕਾਂ ਨੇ ਵੀ ਦੱਸਤਾ। ਇਹ 'ਚ ਜੋਗਿੰਦਰ ਸਿੰਘ ਅਗਰਾਹਾਂ ਗਰੁੱਪ ਹੈ, ਉਹ ਇਕੱਲਾ ਹੀ ਸੀ ਜਿਹੜਾ ਸਪਸ਼ਟ ਤੌਰ ਤੇ ਕਹਿੰਦਾ ਸੀ ਕਿ ਸਾਨੂੰ ਇਲੈਕਸ਼ਨ ਨਹੀਂ ਲੜਨੀ ਚਾਹੀਦੀ। ਖੈਰ, ਸਹਿਜਪਾਲ ਸਿੰਘ ਬਰਾੜ ਸਾਹਿਬ ਜੀ। ਪ੍ਰੋਫੈਸਰ ਸਾਹਿਬ, ਗੱਲ ਇਹ ਹੈ ਕਿ ਬੀਜੇਪੀ ਨੇ ਜਿਹੜੇ 3 ਕਾਲੇ ਕਾਨੂੰਨ ਸੀ ਉਹ ਰੱਦ ਕਰਤੇ ਆ, ਪਰ ਬੀਜੇਪੀ ਦੀ ਜਿਹੜੀ ਕਾਲੀ ਨੀਅਤ ਸੀ ਨਾ ਪੰਜਾਬ ਦੇ ਪ੍ਰਤੀ, ਪੰਜਾਬ ਦੇ ਕਿਸਾਨਾਂ ਦੇ ਪ੍ਰਤੀ, ਧਰਨੇ ਤੋਂ ਬਾਅਦ ਉਹਨਾਂ ਨੇ ਆਪਦੀ ਜਿਹੜੀ ਕਾਲੀ ਨੀਅਤ ਆ ਉਹ ਉਹਨਾਂ ਨੇ ਨਹੀਂ ਜਿਹੜੀ ਆਪਦੀ ਨੀਅਤ ਸਾਫ਼ ਕੀਤੀ। ਔਰ ਜਿਵੇਂ ਕਿ ਆ ਭੁੱਲਰ ਸਾਹਿਬ ਵੀ ਗੱਲ ਕਰ ਰਹੇ ਸੀ, ਪਰ ਮੇਰਾ ਇੱਥੇ ਕਹਿਣਾ ਇਹ ਬਣਦਾ, ਚਾਹੇ ਤਾਂ ਉਹ ਰਾਜੇਵਾਲ ਸਾਹਿਬ ਸੀ, ਜੇ ਆਪਾਂ ਕਿਸਾਨੀ ਲੀਡਰਾਂ ਦੀ ਗੱਲ ਕਰ ਲਈਏ, ਇਲੈਕਸ਼ਨ ਲੜੇ ਕਿਸਾਨੀ ਲੀਡਰਾਂ ਨੇ, ਹਾਲਾਂਕਿ ਉਹ ਰਾਜੇਵਾਲ ਸਾਹਿਬ ਨੂੰ ਇਲੈਕਸ਼ਨ ਲੜਨਾ ਚਾਹੀਦਾ ਹੀ ਨਹੀਂ ਸੀ, ਕਿਉਂਕਿ ਸਿਆਣੇ ਕਹਿੰਦੇ ਜੇ ਕੋਈ ਐਮਐਲਏ ਬਣਦਾ ਉਹ ਇੱਕ ਪਾਰਟੀ ਵੱਲੋਂ ਬਣਦਾ। ਜੇ ਇਲੈਕਸ਼ਨ ਲੜ ਕੇ ਐਮਐਲਏ ਬਣ ਵੀ ਜਾਂਦੇ ਤਾਂ ਇੱਕ ਪਾਰਟੀ ਵੱਲੋਂ ਬਣ ਜਾਂਦੇ ਜਾਂ ਆਜ਼ਾਦ ਬਣ ਜਾਂਦੇ ਤਾਂ ਉਹ ਇੱਕ ਤੇ ਹਲਕੇ ਦੇ ਬਣਨੇ ਸੀ। ਪਰ ਰਾਜੇਵਾਲ ਸਾਹਿਬ ਨੂੰ ਨਾ ਸਿਆਣੇ ਕਹਿੰਦੇ ਵੀ ਜੇ ਕਿਸੇ ਦੇ ਸਿਰ ਤੇ ਕੋਈ ਤਕੜਾ ਰਾਜ ਭਾਗ ਆਉਂਦਾ, ਉਹਨੂੰ ਸੰਭਾਲਣ ਲਈ ਵੀ ਸਾਨੂੰ ਆਪਦੇ ਆਪ 'ਚ ਨਾ ਇੱਕ ਸਮੱਥ ਚਾਹੀਦੀ ਹੈ ਜਨਾਬ। ਰਾਜੇਵਾਲ ਸਾਹਿਬ ਨੂੰ ਇੰਡੀਆ ਲੈਵਲ ਤੇ ਸੰਯੁਕਤ ਕਿਸਾਨ ਮੋਰਚੇ ਦਾ ਹੀਰੋ ਬਣਾਤਾ ਸੀਗਾ ਅਸੀਂ ਲੋਕਾਂ ਨੇ। ਉਹਨਾਂ ਨੇ ਵੀ ਚਲੋ ਜਿੰਨਾ ਸਾਡਾ ਸਾਥ ਦਿੱਤਾ ਸੀ, ਉਹਨਾਂ ਨੂੰ ਇੱਜ਼ਤ ਦਿੱਤੀ। ਪਰ ਉਹ ਜਿਵੇਂ ਕਹਿੰਦੇ ਆ ਵੀ ਬੰਦੇ ਦੀ ਜਿਹੜੀ ਲਾਲਸਾ ਹੁੰਦੀ ਹੈ, ਚਾਹੇ ਉਹ ਪਹਿਲਾਂ ਆਪਣੇ ਲੌਂਗੋਵਾਲ ਸਾਹਿਬ ਸੀ ਜਾਂ ਕੋਈ ਹੋਰ ਇੱਕ ਆਧ ਸਾਡੇ ਰਾਜਨੇਤਾ ਸੀਗੇ, ਇਹਨਾਂ ਨੇ ਉਹਨਾਂ ਦੀ ਆੜ 'ਚ ਆ ਕੇ, ਉਹਨਾਂ ਦੀ ਰੀਸ 'ਚ ਆ ਕੇ ਜਿਹੜਾ ਆਪਦਾ ਇਲੈਕਸ਼ਨ ਲੜਿਆ। ਪਰ ਉਸ ਤੋਂ ਬਾਅਦ ਨੁਕਸਾਨ ਰਾਜੇਵਾਲ ਸਾਹਿਬ ਦਾ ਨਹੀਂ ਹੋਇਆ, ਵਾਲੀਆ ਸਾਹਿਬ, ਨੁਕਸਾਨ ਹੋਇਆ ਸਾਡੇ ਕਿਸਾਨਾਂ ਦਾ। ਸਾਡਾ ਨੁਕਸਾਨ ਹੋਇਆ ਕਿਉਂਕਿ ਬੀਜੇਪੀ ਨੂੰ ਪਤਾ ਲੱਗ ਗਿਆ ਕਿ ਜਿਹੜੇ ਲੋਕ ਹੈ, ਕਿਉਂਕਿ ਡੱਲੇਵਾਲ ਸਾਹਿਬ ਦਾ ਵੀ ਬਿਆਨ ਆਇਆ, ਉਗਰਾਹਾਂ ਸਾਹਿਬ ਦਾ ਵੀ ਬਿਆਨ ਆਇਆ ਕਿ ਇਹ ਲੋਕ ਜਿਹੜੇ ਇਲੈਕਸ਼ਨ ਲੜਨਗੇ, ਕਿਉਂਕਿ ਮੇਨ ਲੀਡ ਕੌਣ ਕਰ ਰਿਹਾ ਸੀ? ਕਮਿੰਦਰਪਾਲ ਸਿੰਘ ਜੀ ਸੀਗੇ, ਡੱਲੇਵਾਲ ਸਾਹਿਬ ਸੀ, ਰਾਜੇਵਾਲ ਸਾਹਿਬ ਸੀ, ਉਗਰਾਹਾਂ ਸਾਹਿਬ ਸੀ। ਉਗਰਾਹਾਂ ਸਾਹਿਬ ਦਾ ਤਾਂ ਇੱਕ ਬੜਾ ਵਧੀਆ ਇੱਕ ਨਜ਼ਰੀਆ, ਆਪਾਂ ਉਹਨਾਂ ਨੂੰ ਸਲਾਮ ਕਰਦੇ ਹਾਂ। ਇਹਨਾਂ ਬੰਦਿਆਂ ਨੂੰ ਉਹਨਾਂ ਨੂੰ ਪਤਾ ਲੱਗ ਗਿਆ ਇਹਨਾਂ ਦੇ ਵਿੱਚੋਂ ਵੀ ਜਿਹੜੇ ਕੁਝ ਬੰਦੇ ਆ ਉਹ ਨਿਖੜ ਗਏ ਆ ਤੇ ਇਹਨਾਂ ਦੀ ਆਪਸੀ ਜਿਹੜੀ ਵਖਰੇਵਾਂ ਉਹ ਅੱਜ ਪੈ ਚੁੱਕਿਆ। ਉਸ ਚੀਜ਼ ਦਾ ਖਮਿਆਜਾ ਅਸੀਂ ਰਾਜੇਵਾਲ ਸਾਹਿਬ ਦਾ ਕੀਤੀ ਹੋਈ ਗਲਤੀ ਦਾ ਖਮਿਆਜਾ ਅੱਜ ਸਾਰਾ ਪੰਜਾਬ ਨਹੀਂ, ਹਰਿਆਣਾ ਤੇ ਪੰਜਾਬ ਦੀਆਂ ਹੋਰ ਸਟੇਟਾਂ ਦੇ ਕਿਸਾਨ ਭੁਗਤ ਰਹੇ ਆ ਜਨਾਬ। ਇਹਨਾਂ ਬੰਦਿਆਂ ਨੂੰ ਵੀ ਸੁਧਰਨ ਦੀ ਲੋੜ ਸੀ। ਤੁਸੀਂ ਮੇਰੇ ਤੋਂ ਪਹਿਲਾਂ ਗੱਲ ਕਰ ਰਹੇ ਸੀ ਵਾਲੀਆ ਸਾਹਿਬ, ਬੜੀ ਸੋਹਣੀ ਇੱਕ ਤੁਸੀਂ ਗੱਲ ਕੀਤੀ ਸੀ ਵੀ ਇਕੱਲਾ ਕਿਸਾਨੀ ਮੋਰਚਾ ਹੀ ਨਹੀਂ, ਨਾਲ ਅੱਜ ਆਪਾਂ ਅਗਨੀਪਥ ਦੀ ਵੀ ਗੱਲ ਕਰਾਂਗੇ। ਬੀਜੇਪੀ ਨੇ ਇਕੱਲੇ ਕਿਸਾਨ ਥੋੜਾ, ਬੀਜੇਪੀ ਨੇ ਤਾਂ ਹਰੇਕ ਪਾਸੇ, ਚਾਹੇ ਉਹ ਤੁਸੀਂ ਹਿੰਦੂ ਰਾਸ਼ਟਰ ਦੀ ਗੱਲ ਕਰ ਲਓ, ਅਗਨੀਪਥ ਦੀ ਗੱਲ ਕਰ ਲਓ। ਮੈਂ ਤੁਹਾਡੇ ਨਾਲ ਇੱਕ ਦਿਨ ਪਹਿਲਾਂ ਵੀ ਇਹ ਵਾਰਤਾਲਾਪ ਕੀਤੀ ਸੀ ਵਾਲੀਆ ਸਾਹਿਬ ਕਿ ਬੀਜੇਪੀ ਅਜਿਹੀ ਪਾਰਟੀ ਹੈ ਜਿਹੜੀ ਨੌਜਵਾਨਾਂ ਨੂੰ ਅਸਿੱਧੇ ਰੂਪ 'ਚ ਲਗਭਗ 15 ਤੋਂ 17,000 ਰੁਪਏ ਸ਼ੁਰੂਆਤੀ ਪਹਿਲੇ ਸਾਲ ਦੀ ਤਨਖਾਹ ਦੇਊਗੀ। ਜਦੋਂ ਨੂੰ ਬੱਚਾ ਰਿਟਾਇਰ ਹੋਊਗਾ ਚੌਥੇ ਸਾਲ ਅਗਨੀਪਥ 'ਚ 30 ਤੋਂ 31,000 ਰੁਪਏ ਉਹਦੀ ਲਾਸਟ ਤਨਖਾਹ ਰਹਿ ਜਾਊਗੀ। 17-18 ਲੱਖ ਰੁਪਏ ਦਾ 4 ਸਾਲਾਂ ਦਾ ਜਨਾਬ ਪੈਕੇਜ ਹੋਊਗਾ। ਤੇ ਜਦੋਂ ਨੂੰ ਉਹ ਬੱਚੇ ਦੇ, ਜਿਵੇਂ ਆਪਾਂ ਕਹਿੰਦੇ ਨਾ, 24-25 ਸਾਲ 'ਚ ਜਾ ਕੇ ਸਾਡੇ ਸਰੀਰ 'ਚ ਹਰੇਕ ਬੱਚੇ 'ਚ ਇੱਕ ਜਜ਼ਬੇ ਲਈ ਅੱਗ ਪੈਦਾ ਹੁੰਦੀ ਹੈ ਜਨਾਬ। ਜਦੋਂ ਉਹਦੇ ਅੰਦਰ ਜਜ਼ਬਾ ਪੈਦਾ ਹੋਊਗਾ, ਉਹ ਬੰਦਾ ਹਥਿਆਰਾਂ ਦੀ ਟ੍ਰੇਨਿੰਗ ਲੈ ਚੁੱਕਿਆ ਹੋਊਗਾ, ਉਹਨਾਂ ਹਥਿਆਰਾਂ ਦੀ ਟ੍ਰੇਨਿੰਗ ਲੈ ਚੁੱਕਿਆ ਹੋਊਗਾ ਤੇ ਜਿਨ੍ਹਾਂ ਵਿੱਚੋਂ ਲਗਭਗ 40% ਜਿਹੜੇ ਉਹਨਾਂ 'ਚੋਂ ਬੱਚੇ ਆ ਜਿਹੜੇ ਫੌਜ ਦੇ ਵਿੱਚ ਪੱਕੇ ਕੀਤੇ ਜਾਣਗੇ। ਔਰ ਉਹ ਜਿਹੜੇ ਫੌਜੀ ਹੋਣਗੇ ਉਹ ਸਾਬਕਾ ਵੀ ਨਹੀਂ ਹੋਣਗੇ, ਉਹਨਾਂ ਨੂੰ ਕੋਈ ਪੈਨਸ਼ਨ ਨਹੀਂ ਹੋਊਗੀ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ ਹੋਊਗਾ। ਉਹਨਾਂ ਨੂੰ ਇਹ ਬੰਦੇ ਨੇ ਹਥਿਆਰਾਂ 'ਚ ਕਰਕੇ ਉਹਨਾਂ ਨੂੰ ਸਿੱਧੇ ਤੌਰ ਤੇ ਪੰਜਾਬ 'ਚ ਖੁੱਲੇ ਛੱਡ ਦੇਣਗੇ। ਅੱਜ ਆਪਣਾ ਬਰਾੜ ਸਾਹਿਬ ਮੁੱਦਾ ਅਗਨੀਪਥ ਨਹੀਂ, ਅੱਜ ਤਾਂ ਆਪਣਾ ਮੁੱਦਾ ਜਿਹੜਾ ਹੈ ਨਾ, ਉਹ ਜਿਹੜਾ ਅੱਜ ਰੇਲ ਰੋਕੋ ਹੈ, ਆਪਾਂ ਉਹ ਤੇ ਜੇ ਕੋਈ ਪੁਆਇੰਟ ਆ ਉਹ ਤੇ ਗੱਲ ਕਰੋ। ਮੈਂ ਮਾਨ ਸਾਹਿਬ ਕੋਲ ਜਾਣਾ ਫਿਰ ਜੀ। ਚਲੋ ਖੈਰ, ਜਿਹੜੀ ਗੱਲ ਬਰਾੜ ਸਾਹਿਬ ਕਹਿ ਰਹੇ ਨੇ, ਕਿਤੇ ਨਾ ਕਿਤੇ ਗੱਲ ਤਾਂ ਇਹਨਾਂ ਦੇ ਦਮ ਹੈ
ਕਿ ਕਿਸਾਨ ਏਕਤਾ ਨੂੰ ਤਾਂ ਸੱਟ ਲੱਗੀ ਹੈ, ਤਾਂ ਮਾਨ ਸਾਹਿਬ ਇਹ ਗੱਲ ਤਾਂ ਮੰਨਣੀ ਪਏਗੀ ਕਿ ਪਹਿਲਾ ਵਾਲਾ ਏਕਾ ਜਾਂ ਪਹਿਲਾ ਵਾਲਾ ਹਲੇ ਅੱਜ ਜਿਸ ਤਰ੍ਹਾਂ ਧਾਲੀਵਾਲ ਸਾਹਿਬ ਕਹਿੰਦੇ ਨੇ ਉਸ ਤਰ੍ਹਾਂ ਦਾ ਕਹਿੰਦੇ ਹੰਗਾਰਾ ਨਹੀਂ ਮਿਲਿਆ। ਪਰ ਮੈਂ ਜਿੰਨੀਆਂ ਰਿਪੋਰਟਸ ਦੇਖੀਆਂ ਨੇ ਬਾਬਾ ਬੈਠੇ ਨੇ ਤੇ ਲੋਕ ਉੱਥੇ ਜਿਹੜੇ ਨੇ ਬੈਠੇ ਨੇ। ਇਹ ਵੱਖਰੀ ਗੱਲ ਹੈ ਕਿ ਹੌਲੀ ਹੌਲੀ ਟੈਂਪੋ ਬਣਦਾ ਹੁੰਦਾ ਹੈ। ਸਿਆਲ ਸਮਾਨ ਕਈ ਸਵਾਲ ਉੱਠੇ ਨੇ, ਹੁਣ ਉਹਨਾਂ ਦਾ ਜਵਾਬ ਤੁਸੀਂ ਦੇ ਸਕਦੇ ਹੋ। ਦੇਖੋ ਜੀ, ਪਹਿਲਾਂ ਜਿਵੇਂ ਮਤਲਬ ਇਹ ਬਰਾੜ ਸਾਹਿਬ ਕਹਿੰਦੇ ਸੀ ਅਗਨੀਪਥ ਵਾਲਾ ਮੁੱਦਾ ਲਿਆ ਹੋਇਆ ਇਸ ਸਕੀਮ ਨੇ, ਇਹ ਗਾਂ ਹੈ, ਆਪਾਂ ਗਾਂ ਕਰਾਂਗੇ। 7 ਅਗਸਤ ਤੋਂ ਲੈ ਕੇ 14 ਅਗਸਤ ਤੱਕ ਪੂਰੇ ਮੁਲਕ ਦੇ ਵਿੱਚ ਜ਼ਿਲ੍ਹਾ ਪੱਧਰਾਂ ਤੇ ਅਸੀਂ ਰੋਸ ਪ੍ਰਦਰਸ਼ਨ ਕਰਕੇ ਉਸ ਮਸਲੇ ਨੂੰ ਲੈਣਾ ਹੈ, ਕਿਉਂਕਿ ਬਹੁਤ ਵੱਡਾ ਬੇਰੁਜ਼ਗਾਰੀ ਦਾ ਮਾਮਲਾ ਜਿਹੜਾ ਨੌਜਵਾਨਾਂ ਦਾ ਕਰਨਾ ਹੈ। ਮੈਂ ਆਵਾਂ ਅੱਜ ਵਾਲੇ ਮੁੱਦੇ ਤੇ। ਸੋ ਪਹਿਲਾਂ ਸਵਾਲ ਖੜੇ ਕੀਤੇ ਆ ਬਾਈ ਹਰਜੀਤ ਨੇ, ਭੁੱਲਰ ਸਾਹਿਬ ਨੇ, ਜਿਹੜਾ ਉਹ ਕਹਿੰਦੇ ਆ ਵੀ ਉਹ ਦਿੱਲੀ 'ਚ ਜਾ ਕੇ ਮੋਰਚਾ ਲਾਉਣ। ਦਿੱਲੀ 'ਚ ਉਦੋਂ ਕਿਹੜਾ ਪਹਿਲਾਂ ਹੀ ਮੋਰਚਾ ਲਾ ਲਿਆ ਸੀ, ਪੰਜਾਬ ਤੋਂ ਅਸੀਂ ਪਿੰਡਾਂ ਤੋਂ ਸ਼ੁਰੂ ਕੀਤਾ ਸੀ। ਪਹਿਲਾਂ ਪਿੰਡ ਪੱਧਰੇ ਮੋਰਚੇ ਲਾਏ ਆ, ਯਾਦ ਕਰੋ ਤੁਸੀਂ 25 ਅਗਸਤ ਤੋਂ 29 ਅਗਸਤ ਤੱਕ 5 ਰੋਜ਼ਾ ਸੀ। ਪਿੰਡਾਂ 'ਚ ਮਾਹੌਲ ਪਕਾਇਆ, ਫਿਰ ਅਸੀਂ ਬਲਾਕਾਂ ਲੈਵਲ ਤੇ ਗਏ, ਫਿਰ ਅਸੀਂ ਜ਼ਿਲ੍ਹਾ ਤੇ ਜਾ ਕੇ ਅਖੀਰ ਨੂੰ ਜਾਨੀ ਜਿੱਥੋਂ ਤੱਕ ਜੇ ਆਏ ਕਹਿ ਗਏ ਜਿਹੜਾ ਇਹ ਕਹਿੰਦਾ ਵੀ ਸਾਡੇ ਖਿਲਾਫ ਕੀ ਹੈ, ਤੁਹਾਡੇ ਖਿਲਾਫ ਲੜ ਕੇ ਪਹਿਲਾਂ ਸੈਂਟਰ ਨਾਲ ਜਿਹੜੇ ਕਹਿੰਦੇ ਹੁਣ ਸੈਂਟਰ ਦੁਸ਼ਮਣ ਬਣਿਆ, ਸੈਂਟਰ ਦਾ ਅੰਗ ਸੀ ਇਹ ਬਾਈ ਅਕਾਲੀ ਦਲ ਤੇ ਭਾਜਪਾ ਗੱਠਜੋੜ ਸੀ ਸਾਂਝਾ। ਜੇ ਇਹਨਾਂ ਦੇ ਬਾਹਰ 'ਚ ਗਏ ਅਸੀਂ, ਇੱਕ ਮੋਰਚਾ ਬਾਦਲ ਦੇ ਵਿੱਚ ਲਾਇਆ, ਇੱਕ ਮੋਰਚਾ ਅਸੀਂ ਪਟਿਆਲੇ ਦੇ ਵਿੱਚ ਲਾਇਆ ਕਾਂਗਰਸ ਦੇ ਖਿਲਾਫ, ਤਾਂ ਜਾ ਕੇ ਇੱਕ ਮਾਹੌਲ ਬਣਿਆ ਪੂਰਾ ਜਿਹੜਾ ਤੁਸੀਂ ਸ਼ਬਦ ਵਰਤਿਆ ਟੈਂਪੂ ਬਣਿਆ। ਟੈਂਪੂ ਬਣਾਉਣ ਦੇ ਉੱਤੇ ਅਸੀਂ ਉਦੋਂ ਵੀ ਕਹਿੰਦੇ ਰਹੇ ਹਾਂ ਤੇ ਜਿੱਥੋਂ ਤੱਕ MSP ਵਾਲਾ ਮਾਮਲਾ ਇਹ ਵੱਡਾ ਹੈ। ਤੁਸੀਂ ਜ਼ਿਕਰ ਕੀਤਾ ਇਹਦੇ ਵਿੱਚ ਕਮੇਟੀ ਦਾ ਜ਼ਿਕਰ ਆਉਂਦਾ, ਕਮੇਟੀ ਵਾਲੇ ਮਾਮਲੇ ਤੇ ਸਾਡੀ ਜਥੇਬੰਦੀ BKU ਏਕਤਾ ਵਰਾਹਾਂ ਪਹਿਲੇ ਦਿਨ ਤੋਂ ਹੀ ਕਮੇਟੀ ਵਾਲੀ ਗੱਲ ਨੂੰ ਰੱਦ ਕਰਦੀ ਰਹੀ ਹੈ। ਪਹਿਲਾਂ ਤਾਂ ਸਾਡਾ ਇਹ ਸਵਾਲ ਹੈ, ਠੀਕ ਆ, ਅਸੀਂ ਫਿਰ ਜਦੋਂ ਸਾਡੇ ਸਾਰੇ ਹੋਰ ਭਾਈਆਂ ਦੀ ਲਗਭਗ ਸਾਰੀਆਂ ਜਥੇਬੰਦੀਆਂ ਦੀ ਜਿਹੜੀ ਸੀਗੀ ਇਸ ਗੱਲ ਤੇ ਸੀ ਵੀ ਕਮੇਟੀ ਬਣਾਉਣੀ ਚਾਹੀਦੀ, ਅਸੀਂ ਸਹਿਮਤੀ ਦਿੱਤੀ, ਉਹਦੇ ਤੇ ਸਹਿਮਤੀ ਦਿੱਤੀ ਵੀ ਕਮੇਟੀ ਬਣਾ ਲਓ। ਉਸ ਤੋਂ ਬਾਅਦ ਇੱਕ ਵਾਰੀ ਐਂ ਵੀ ਗੱਲ ਆ ਗਈ ਵੀ ਕਮੇਟੀ ਦੇ ਵਿੱਚ ਵਰਾਹਾਂ ਜੀ ਦਾ ਨਾਂ ਦਿਓ। ਅਸੀਂ ਕਿਹਾ ਵੀ ਇਸ ਮੁੱਦੇ ਨੂੰ ਰੱਦ ਕਰਦੇ ਹਾਂ, ਕਿਉਂਕਿ ਕਮੇਟੀ ਬਣਾਉਣਾ ਸਾਡੀ ਜਥੇਬੰਦੀ ਦੀ BKU ਏਕਤਾ ਵਰਾਹਾਂ ਦੀ ਸਮਝ ਹੈ ਵੀ ਕਿਸੇ ਮੁੱਦੇ ਤੇ ਕਮੇਟੀ ਬਣਾ ਦਿਓ, ਕਿਸੇ ਮੁੱਦੇ ਤੇ ਕਮਿਸ਼ਨ ਬਹਾ ਦਿਓ, ਉਹ ਮੁੱਦੇ ਨੂੰ ਲਮਕਾਉਣ ਤੋਂ ਬਿਨਾਂ, ਉਸ ਮੁੱਦੇ ਤੇ ਮਿੱਟੀ ਪਾਉਣ ਤੋਂ ਬਿਨਾਂ ਕੱਖ ਨਹੀਂ ਨਿਕਲਦਾ ਉਹਦੇ ਤੋਂ। ਸਾਡਾ ਨਜ਼ਰੀਆ ਇਸ ਗੱਲ ਤਾਂ ਹੈਗਾ, ਸਾਡਾ ਆਪ ਦਾ ਸਮਝ ਹੈ ਸਾਡੀ ਜਥੇਬੰਦੀ ਦੀ ਵੀ ਜੇ MSP ਦੀ ਲੈਣੀ ਹੈ ਤਾਂ ਵੱਡੀ ਲੜਾਈ ਲੜ ਕੇ ਲੈਣੀ ਪੈਣੀ ਹੈ। ਜਿਹੜਾ ਘੋਲ ਹੁਣ ਸ਼ੁਰੂ ਹੋ ਗਿਆ, ਅਸੀਂ ਉਦੋਂ ਵੀ ਇਸ ਹੱਕ ਤੇ ਸੀ ਵੀ ਠੀਕ ਆ, ਤੁਸੀਂ ਕਿਹਾ ਵੀ ਮੰਗਾਂ ਵੱਡਾ ਹਿੱਸਾ ਇੱਕ ਜਿਹੜਾ ਮੇਨ ਮਕਸਦ ਸੀ ਉਹ ਮੰਗਾਂ ਮੰਨਣਾ, ਅਸੀਂ ਵੀ ਕਿਹਾ ਜਿਵੇਂ ਜਿੱਤ ਵਾਲੀ ਗੱਲ ਵੀ ਇੱਕ ਸਵਾਲ ਆਇਆ, ਵੱਡੀ ਜਿੱਤ ਸੀਗੀ ਕੋਈ ਵੱਡੀ ਗੱਲ ਉਹਦੇ 'ਚ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਦੀ ਸੀ। ਬਾਕੀ ਜਿਹੜੀਆਂ ਮੰਗਾਂ ਉਹ ਬਰਕਰਾਰ ਰਹਿੰਦੀਆਂ ਹੋਵੇ, ਉਹਨਾਂ ਤੇ ਘੋਲ ਜਾਰੀ ਹੈ। ਇੱਕ ਗੱਲ ਤੁਸੀਂ ਜਿਹੜਾ ਸਵਾਲ ਬਹੁਤ ਬਾਰ ਰਾਜੇਵਾਲ ਦਾ ਜ਼ਿਕਰ ਆਉਂਦਾ ਹੈ, ਮਾਨ ਸਾਹਿਬ ਅਸੀਂ ਤਾਂ ਕਿਸਾਨਾਂ ਦੇ ਏਕਤੇ ਦੀ ਗੱਲ ਕਰ ਰਹੇ ਹਾਂ। ਮੈਂ ਉਹਦੇ ਤੇ ਅਗਲਾ ਸਵਾਲ ਜਿਹੜਾ ਰਾਜੇਵਾਲ ਸਾਹਿਬ ਵਾਲਾ ਹੈਗਾ ਜਾਂ ਜਿੰਨੀਆਂ ਵੀ ਜਥੇਬੰਦੀਆਂ ਨੇ ਇਲੈਕਸ਼ਨ ਲੜੇ ਆ ਕੇ, ਸਾਡੀ ਜਥੇਬੰਦੀ ਦਾ ਉਦੋਂ ਵੀ ਨਿਰਮਨਾ ਸੀ। ਮੈਂ ਤੁਹਾਨੂੰ ਸਾਫ਼ ਕਰ ਦਿਆਂ ਵੀ ਪੰਜਾਬ ਦੇ ਵਿੱਚ ਇੱਕ ਪਾਸੇ 32 ਜਥੇਬੰਦੀਆਂ ਸੀ, ਇੱਕ ਪਾਸੇ ਸਾਡੀ ਜਥੇਬੰਦੀ ਸੀ, ਇੱਕ ਪਾਸੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸੀ। 34 ਜਥੇਬੰਦੀਆਂ ਪੰਜਾਬ ਦੀਆਂ ਜਿਹੜੀਆਂ ਲੜਾਈ ਦੇ ਮੈਦਾਨ 'ਚ ਉਦੋਂ ਸੀਗੀਆਂ। ਅਸੀਂ ਉਹ ਉਸ ਵੇਲੇ ਮੋਰਚੇ ਦਾ ਅੰਗ ਨਹੀਂ ਸੀ, ਵਿਚਾਲੇ ਜਾ ਕੇ ਬਣੇ ਆ। ਅਸੀਂ ਉਦੋਂ ਤੋਂ ਲੈ ਕੇ ਜਦੋਂ ਮੋਰਚੇ ਦਾ ਅੰਗ ਬਣ ਗਏ ਇਸ ਗੱਲ ਦਾ ਜ਼ੋਰਦਾਰ ਵਿਰੋਧ ਕਰਦੇ ਰਹੇ ਹਾਂ ਵੀ ਸੰਯੁਕਤ ਕਿਸਾਨ ਮੋਰਚੇ ਦਾ ਜਿਹੜਾ ਅਸੂਲ ਆ ਉਹ ਆਪਾਂ ਨੂੰ ਇਲੈਕਸ਼ਨ ਲੜਨ ਦੀ ਆਗਿਆ ਨਹੀਂ ਦਿੰਦਾ। ਜਿਹੜੇ ਵੀ ਕੋਈ ਇਲੈਕਸ਼ਨ ਲੜਨ ਦੀ ਗੱਲ ਕਰਦੇ ਆ ਉਹ ਆਪ ਦਾ ਸਮਝਾ, ਜਿੰਨਾ ਚਿਰ ਜਿੰਦੀ ਅੰਦੋਲਨ ਚੱਲਦਾ ਇਹਦੇ ਵਿੱਚ ਇਲੈਕਸ਼ਨ ਦੀ ਗੱਲ ਨਹੀਂ ਹੋਣੀ ਚਾਹੀਦੀ। ਅਸੀਂ ਆ ਕੇ ਵੀ ਰਾਜੇਵਾਲ ਸਾਹਿਬ ਨੂੰ ਵੀ ਜਿਹੜੇ ਉਹਦੇ ਨਾਲ ਸਾਥੀ ਆ ਹੁਣ 16 ਜਥੇਬੰਦੀਆਂ ਉਹ ਗੱਲ ਨੂੰ ਛੱਡ ਕੇ ਆਈਆਂ, ਦੁਬਾਰੇ ਅਸੀਂ ਉਹਨਾਂ ਨੂੰ ਜੀ ਆਇਆਂ ਕਿਹਾ, ਉਹਦੇ ਤੇ ਵੀ ਇੱਕ ਵਿਵਾਦ ਖੜਾ ਹੋਇਆ ਵੀ ਉਹਨੂੰ ਲੈਣਾ ਨਹੀਂ ਚਾਹੀਦਾ। ਇਹ ਵੱਖਰਾ ਵਿਸ਼ਾ ਹੈ। ਇਹ ਗੱਲ ਨਾਲ ਤੁਹਾਡੀ ਨਾਲ 100% ਸਹਿਮਤ ਹਾਂ ਵੀ ਉਹਦੇ ਨਾਲ ਬਿਲਕੁਲ ਨੁਕਸਾਨ ਹੋਇਆ। ਇਹ ਢਾਹ ਲੱਗੀ ਹੈ ਘੋਲ ਨੂੰ, ਕੋਈ ਰੌਲਾ ਨਹੀਂ, ਪਹਿਲਾਂ ਵੀ ਢਾਹ ਲੱਗੀ ਹੈ। ਇੱਥੇ ਬਾਈ ਜੀ ਲੰਗੋਵਾਲ ਕਹਿ ਗਏ ਸੀ, ਅਸਲ ਵਿੱਚ ਲੱਖੋਵਾਲ ਦਾ ਜ਼ਿਕਰ ਆ ਉਹ ਅੱਜ ਉਹ ਲੜਾਈ ਦੇ ਮੈਦਾਨ ਦੇ ਵਿੱਚ ਉਹਦਾ ਬਾਹਲਾ ਜ਼ਿਕਰ ਕਰਾਂਗੇ, ਬਾਹਲਾ ਗੱਲ ਠੀਕ ਨਹੀਂ ਹੋਣੀ। ਜਦੋਂ ਵੀ ਕਿਸਾਨ ਲੀਡਰਾਂ ਨੇ ਚੋਣਾਂ ਵੱਲ ਮੂੰਹ ਕੀਤਾ ਉਦੋਂ ਦੇਖੋ ਕਿਸਾਨ ਲਹਿਰ ਦਾ ਨੁਕਸਾਨ ਹੋਇਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਦੋਂ ਇਹ ਗੱਲ ਇੱਧਰ ਨੂੰ ਤੁਰੂਗੀ, ਕੋਈ ਵੀ ਕਿਸਾਨ ਲੀਡਰ ਠੀਕ ਆ, ਹੱਕ ਹੈ ਉਹਨੂੰ, ਹਰੇਕ ਨੂੰ ਆਪ ਨੂੰ ਚੋਣਾਂ ਲੜਨ ਦਾ ਹੱਕ ਹੈਗਾ, ਆਪਣੀ ਪਾਰਟੀ ਬਣਾ ਲੇ, ਚੋਣਾਂ ਲੜ ਲੇ, ਪਰ ਜਨਤਕ ਜਥੇਬੰਦੀਆਂ ਦਾ ਜਿਹੜਾ ਥੜਾ ਉਹਨੂੰ ਢਾਹ ਨਾ ਲਾਵੇ। ਉਹ ਢਾਹ ਲਾਈ ਆ ਰਾਜੇਵਾਲ ਸਾਹਿਬ ਨੇ ਪੰਜਾਬ ਦੇ ਵਿੱਚੋਂ। ਹਜੇ ਵੀ ਜਿਹੜੀਆਂ 5 ਜਥੇਬੰਦੀਆਂ ਉਹਨਾਂ ਦੇ ਨਾਲ ਖੜੀਆਂ। ਮੈਂ ਤੁਹਾਡੇ ਮਾਨ ਸਾਹਿਬ ਇੱਕ ਗੱਲ ਇਹ ਵੀ ਹੈ ਕਿ ਜੇ
ਜਿਸ ਤਰੀਕੇ ਨਾਲ ਉਦੋਂ ਜਦੋਂ ਜਿੱਤ ਹੋ ਗਈ ਨਾ ਉਦੋਂ ਕਾਹਲੇ ਪੈ ਗਏ ਪੰਜਾਬ ਆਉਣ ਲਈ, ਇਹ ਵੀ ਇੱਕ ਮਸਲਾ ਹੈ। ਜੇ ਉਦੋਂ ਥੋੜਾ ਬਹੁਤਾ ਹੋਰ ਹੌਸਲਾ ਦਿਖਾਇਆ ਹੁੰਦਾ ਸ਼ਾਇਦ ਇਹ ਮੋਰਚਾ ਲਾਉਣਾ ਨਾ ਪੈਂਦਾ, ਉਸੇ ਮੋਰਚੇ 'ਚ ਇਹ ਗੱਲ ਬਣ ਸਕਦੀ ਸੀ। ਚਲੋ ਹੁਣ ਜਿਹੜੀ ਗੱਲ ਬੀਤ ਗਈ ਉਹਦੇ ਤੇ ਨਹੀਂ ਗੱਲ ਕਰਨੀ, ਜੋ ਅੱਜ ਹੋ ਰਹੀ ਹੈ ਅਸੀਂ ਚਰਚਾ ਉਹ ਤੇ ਕਰ ਰਹੇ ਹਾਂ ਤੇ ਇਹ ਚਰਚਾ ਜਾਰੀ ਰੱਖਾਂਗੇ। ਹੁਣ ਲੈਂਦੇ ਇੱਕ ਬ੍ਰੇਕ। ਚਰਚਾ चर्चा
ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਸਵਾਗਤ। ਮੈਂ ਸਾਰੇ ਪੈਨਲਿਸਟ ਨੂੰ ਇਸ ਤੋਂ ਪਹਿਲਾਂ ਕਿ ਅਸੀਂ ਸਵਾਲ ਕਰੀਏ ਸੰਘੇੜਾ ਸਾਹਿਬ ਨੂੰ, ਸਾਰੇ ਪੈਨਲਿਸਟ ਨੂੰ ਬੇਨਤੀ ਕਰਦਾ ਕਿਉਂਕਿ ਡਿਬੇਟ ਦਾ ਆਖਰੀ ਗੇੜ ਹੈ, ਆਪਾਂ ਥੋੜਾ ਬਰੀਫ ਰੱਖਣਾ ਹੈ। ਸੰਘੇੜਾ ਸਾਹਿਬ, ਜਿਸ ਤਰੀਕੇ ਨਾਲ ਧਾਲੀਵਾਲ ਸਾਹਿਬ ਕਹਿ ਰਹੇ ਨੇ ਕਿ ਤੁਸੀਂ ਵਾਅਦਾ ਖਿਲਾਫੀ ਕੀਤੀ ਹੈ, ਜਾਂ ਹੋਰ ਜੇ ਤੁਸੀਂ ਮੋਰਚੇ ਬਾਰੇ ਕੁਝ ਕਹਿਣਾ ਚਾਹੁੰਦੇ ਹੋ। ਧਾਲੀਵਾਲ ਸਾਹਿਬ ਤਾਂ ਉਦਾਂ ਹੀ ਮਤਲਬ ਆਪਣੀ ਗੱਲ ਦਾ ਜਵਾਬ ਦੇਣ ਦੀ ਬਜਾਏ ਆਲੇ ਦੁਆਲੇ ਚੱਕੜ ਉਛਾਲੀ ਕਰ ਰਹੇ ਆ। ਬੇਸਿਕਲੀ ਆਮ ਆਦਮੀ ਪਾਰਟੀ ਇਹ ਸਮਝਦੀ ਆ ਕਿ ਜਿਹੜਾ ਕਿਸਾਨਾਂ ਦੇ ਵਿੱਚ ਵੀ ਚੋਣਾਂ ਲੜਨ ਦਾ ਜਾਂ ਨਾ ਲੜਨ ਦਾ ਜੋ ਵੀ ਗੱਲ ਚੱਲੀ ਸੀਗੀ, ਉਹਦੇ ਨਾਲ ਆਮ ਆਦਮੀ ਪਾਰਟੀ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ। ਸੰਵਿਧਾਨ ਦੇ ਅਨੁਸਾਰ ਕੋਈ ਵੀ ਜਥੇਬੰਦੀ, ਕੋਈ ਵੀ ਵਿਅਕਤੀ ਆਪਣੀ ਸਿਆਸੀ ਪਾਰਟੀ ਬਣਾ ਸਕਦਾ, ਕਿਸੇ ਹੋਰ ਸਿਆਸੀ ਪਾਰਟੀ ਸ਼ਾਮਲ ਹੋ ਸਕਦਾ, ਚੋਣਾਂ 'ਚ ਭਾਗ ਲੈ ਸਕਦਾ। ਇਹ ਇਹਨਾਂ ਦਾ ਅੰਦਰੂਨੀ ਮਾਮਲਾ ਆ। ਬਟ ਐਟ ਦਾ ਸੇਮ ਟਾਈਮ ਮੈਂ ਇਸ ਗੱਲ ਨਾਲ ਵੀ ਡਿਫਰ ਕਰਦਾ ਹਾਂ ਕਿ ਮੋਰਚੇ ਦੀ ਪ੍ਰਾਪਤੀ ਨਹੀਂ ਹੈ, ਕੋਈ ਵਾਪਸ ਆ ਗਏ ਫਿਰ ਇਦਾਂ ਨੁਕਸਾਨ ਹੋ ਗਿਆ। ਜਿੱਡੀ ਵੱਡੀ ਸਰਕਾਰ ਨੂੰ ਜੇ ਮੋੜਾ ਲੱਗਿਆ ਆ, 2 ਵਾਰੀ ਲੱਗਿਆ। ਇੱਕ ਵਾਰੀ ਤਾਂ ਦਿੱਲੀ 'ਚ ਜਦੋਂ ਅਰਵਿੰਦ ਕੇਜਰੀਵਾਲ ਸਾਹਿਬ ਦੀ ਅਗਵਾਈ 'ਚ ਉਹਨਾਂ ਨੂੰ ਉੱਥੋਂ ਹਰਾਇਆ ਆ, ਤੇ ਦੂਸਰੀ ਵਾਰੀ ਕਿਸਾਨ ਜਥੇਬੰਦੀਆਂ ਨੇ ਇਹਨਾਂ ਦੇ ਭੈੜੀ ਮਨਸ਼ਾ ਨਾਲ ਬਣਾਏ ਹੋਏ 3 ਕਾਲੇ ਕਾਨੂੰਨ ਰੱਦ ਕਰਵਾ ਕੇ, ਜਿਹੜੇ ਕਿ ਬਹੁਤੇ ਲੋਕ ਅੰਦਰ ਖਾਤੇ ਵੀ ਕਹਿੰਦੇ ਸੀ, ਸ਼ਰੇਆਮ ਵੀ ਕਹਿੰਦੇ ਸੀ ਕਿ ਜਿਹੜਾ ਕਾਨੂੰਨ ਇੱਕ ਵਾਰੀ ਬਣ ਗਿਆ, ਕੇਂਦਰ ਸਰਕਾਰ ਬੜੀ ਮਜ਼ਬੂਤ ਹੈ, ਵਾਪਸ ਨਹੀਂ ਹੋਣੇ। ਉਹ ਕਾਨੂੰਨ ਵਾਪਸ ਹੋਏ ਆ। ਜੇ ਉਹ ਕਾਨੂੰਨ ਵਾਪਸ ਨਾ ਆਉਂਦੇ ਤਾਂ ਪੰਜਾਬ ਬਰਬਾਦ ਹੋ ਜਾਣਾ ਸੀਗਾ। ਇਸ ਤੋਂ ਅੱਗੇ ਮੈਂ ਧਾਲੀਵਾਲ ਸਾਹਿਬ ਨੂੰ ਇੱਕ ਗੱਲ ਕਰਨੀ ਚਾਹੁੰਦਾ ਆ ਕਿ ਧਾਲੀਵਾਲ ਸਾਹਿਬ, ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਪੰਜਾਬ ਇੱਕ ਖੇਤੀ ਆਰਥਿਕਤਾ ਵਾਲਾ ਸੂਬਾ ਆ, ਖੇਤੀ ਆਧਾਰਿਤ ਇਹਦੀ ਆਰਥਿਕਤਾ ਆ। ਤੇ ਤੁਸੀਂ ਕੱਲਾ ਇਹੀ ਨਹੀਂ ਹੈ ਵੀ ਕਿਸਾਨਾਂ ਦੀ ਰਜਾਮੰਦੀ ਨਾਲ ਜਾਂ ਕਿਸਾਨਾਂ ਦੀ ਸਹਿਮਤੀ ਨਾਲ ਨਹੀਂ ਕਮੇਟੀ ਬਣਾਈ, ਉਹ ਵੀ ਹੈਗੀ ਆ, ਬਹੁਤ ਵੱਡੀ ਗੱਲ ਹੈ। ਤੁਸੀਂ ਤਾਂ ਇੱਥੋਂ ਤੱਕ ਖੇਤੀ ਆਧਾਰਿਤ ਸੂਬੇ ਦੀ ਸਰਕਾਰ ਦਾ ਵੀ ਕੋਈ ਨੁਮਾਇੰਦਾ ਨਹੀਂ ਲਿਆ। ਕਿਸਾਨ ਜਥੇਬੰਦੀਆਂ ਤਾਂ ਲੈਣਾ ਹੀ ਚਾਹੀਦਾ ਸੀਗਾ। ਸਟੇਕ ਹੋਲਡਰਸ ਨੇ ਜਿਹੜੇ ਵੱਡੀ ਧਿਰ ਨੇ, ਉਹਨਾਂ ਦੀ ਰਜਾਮੰਦੀ ਨਾਲ, ਉਹਨਾਂ ਦੀ ਸਹਿਮਤੀ ਨਾਲ, ਉਹਨਾਂ ਨਾਲ ਵਿਚਾਰ ਵਟਾਂਦਰਾ ਕਰਕੇ ਐਮਐਸਪੀ ਕਮੇਟੀ ਬਣਾਉਣੀ ਚਾਹੀਦੀ ਸੀਗੀ। ਮੁੱਖ ਮੰਤਰੀ ਸਾਹਿਬ ਨੇ ਚਿੱਠੀ ਵੀ ਲਿਖੀ ਆ, ਪੰਜਾਬ ਸਰਕਾਰ ਦਾ ਵੀ ਨੁਮਾਇੰਦਾ ਕੋਈ ਨਹੀਂ। ਔਰ ਜਿਹੜੇ ਕਿਸਾਨ ਆਗੂ ਕਹਿੰਦੇ ਆ ਕਿ ਰਮੇਸ਼ ਚੰਦ ਉਹਨਾਂ ਨੂੰ ਲੈ ਲਿਆ, ਮੈਂ ਤਾਂ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ, ਇਕੱਠੇ ਪੜ੍ਹੇ ਆ। ਤੁਹਾਨੂੰ ਪਤਾ ਨਾ ਵੀ ਐਮਐਸਪੀ ਦੇ ਹੱਕ 'ਚ ਸੀਗੇ ਉਹ। ਜਦੋਂ ਉਹਨਾਂ ਨੂੰ ਕੈਬਨਿਟ ਰੈਂਕ ਮਿਲਿਆ, ਉਹ ਯੂ ਟਰਨ ਮਾਰ ਗਏ, ਐਮਐਸਪੀ ਦੇ ਵਿਰੁੱਧ ਹੋ ਗਏ। ਖੇਤੀ ਕਾਨੂੰਨਾਂ ਨੂੰ ਘੜਨ ਦੇ ਵਿੱਚ ਵੀ ਉਹਨਾਂ ਦੀ ਮੁੱਖ ਭੂਮਿਕਾ ਆ। ਜੇ ਤੁਸੀਂ ਇਹੋ ਜਿਹੇ ਬੰਦੇ ਵਿੱਚ ਸ਼ਾਮਲ ਕਰਨੇ ਆ ਤਾਂ ਕਿਸਾਨ ਜਥੇਬੰਦੀਆਂ ਸਹੀ ਕਹਿ ਰਹੀਆਂ, ਉੱਥੇ ਫਿਰ ਪ੍ਰੋਪਰ ਚਰਚਾ ਥੋੜੀ ਹੋਏਗੀ, ਫਿਰ ਫੈਸਲੇ ਮੈਰਿਟ ਤੇ ਥੋੜੀ ਹੋਣਗੇ। ਤੇ ਬਾਕੀ ਵੀ ਜਿੱਦਾਂ ਬਾਕੀ ਬੁਲਾਰਿਆਂ ਨੇ ਵੀ ਕਿਹਾ ਆ ਕਿ ਸ਼ਰੇਆਮ ਬੀਜੇਪੀ ਦੇ ਮੈਂਬਰ ਨੇ ਜਿਹੜੇ ਵਿੱਚ ਸ਼ਾਮਲ ਕੀਤੇ ਹੋਏ ਨੇ, ਸਾਰੇ ਲੋਕ ਉਹ ਨੇ ਜਿਹੜੇ ਐਮਐਸਪੀ ਦੇ ਵਿਰੁੱਧ ਜਾਂ ਕਿਸਾਨ ਮੋਰਚੇ ਦੇ ਵਿਰੁੱਧ, ਸੰਘਰਸ਼ ਦੇ ਵਿਰੁੱਧ ਇੱਕ ਧਿਰ ਬਣੇ ਹੋਏ ਸੀਗੇ। ਆਪਾਂ ਸਾਰੇ ਜੋ ਕਮੇਟੀ ਸ਼ਾਮਲ ਕਰ ਲੈਣ, ਤੁਸੀਂ ਐਕਸਪਰਟਸ ਸ਼ਾਮਲ ਕਰੋ, ਇੰਡੀਪੈਂਡੈਂਟ ਇਕਨੋਮਿਸਟ ਜਿਹੜੇ ਆ ਉਹ ਸ਼ਾਮਲ ਕਰੋ, ਐਗਰੀਕਲਚਰ ਇਕਨੋਮਿਸਟ ਸ਼ਾਮਲ ਕਰੋ, ਖੇਤੀ ਆਧਾਰਿਤ ਆਰਥਿਕਤਾ ਵਾਲੇ ਸਾਰੇ ਸੂਬਿਆਂ ਦੇ ਸਰਕਾਰੀ ਨੁਮਾਇੰਦੇ ਵੀ ਸ਼ਾਮਲ ਕਰੋ, ਫੇਰ ਹੀ ਗੱਲ ਬਣੇਗੀ। ਉਦਾਂ ਹੀ ਆਮ ਆਦਮੀ ਪਾਰਟੀ ਦੇ ਇਲਜ਼ਾਮ ਲਾਉਣ ਨਾਲ ਥੋੜੀ ਕੋਈ ਗੱਲ ਬਣ ਜਾਣੀ ਹੈ। ਜੀ ਸੰਘੇੜਾ ਸਾਹਿਬ, ਆਪਾਂ ਪੁੱਛਦੇ ਹਾਂ ਧਾਲੀਵਾਲ ਸਾਹਿਬ ਨੂੰ, ਕੀ ਕਹੋ ਜੀ ਧਾਲੀਵਾਲ ਸਾਹਿਬ? ਧਾਲੀਵਾਲ ਸਾਹਿਬ, ਤੁਹਾਡਾ ਫੋਨ ਮਿਊਟ ਆਇਆ, ਅਨਮਿਊਟ ਕਰੋ ਇਸ ਨੂੰ। ਹਾਂਜੀ ਵਾਲੀਆ ਸਾਹਿਬ, ਮੈਂ ਸੰਘੇੜਾ ਸਾਹਿਬ ਦਾ ਬਹੁਤ ਸਤਿਕਾਰ ਕਰਦਾ ਹਾਂ ਔਰ ਇਹ ਮੰਨਦਾ ਵੀ ਆ ਮੈਂ, ਕਿਉਂਕਿ ਇਹ ਵੀ ਮੇਰੇ ਬਾਰੇ ਜਾਣਦੇ ਆ ਕਿ ਐਮਐਸਪੀ ਦੇ ਹੱਕ 'ਚ ਆਪਾਂ ਭਾਜਪਾ ਦਾ ਬੁਲਾਰਾ ਕੁਲਦੀਪ ਸਿੰਘ ਧਾਲੀਵਾਲ, ਉਵੇਂ ਮੈਂ ਵੀ ਇਹ ਜਾਣਦਾ ਕਿ ਸੰਘੇੜਾ ਸਾਹਿਬ ਜਿਹੜੇ ਹੈਗੇ ਆ ਉਹ ਕਿਸਾਨਾਂ ਨੂੰ ਐਮਐਸਪੀ ਦਿਵਾਉਣ ਦੇ ਵਿੱਚ ਯੋਗ ਭੂਮਿਕਾ ਨਿਭਾ ਸਕਦੇ ਆ, ਕਿਉਂਕਿ ਉਹਨਾਂ ਦਾ ਬੜਾ ਲੰਮਾ ਮਾਰਕੀਟਿੰਗ ਦਾ ਤਜਰਬਾ, ਮਾਰਕੀਟਿੰਗ ਦੇ ਵਿੱਚ ਰਹੇ। ਔਰ ਜਿਹਦੇ ਬਾਰੇ ਇਹਨਾਂ ਨੇ ਗੱਲ ਕੀਤੀ ਹੈ ਕਿ ਇਹਨਾਂ ਦਾ ਸਾਥੀ ਰਿਹਾ ਯੂ ਟਰਨ ਮਾਰ ਗਿਆ, ਮੈਂ ਉਹ ਤੁਹਾਨੂੰ ਦੱਸ ਦਿਆਂ, ਯੂ ਟਰਨ ਕੋਈ ਨਹੀਂ ਮਾਰੀ। ਅੱਜ ਵੀ ਜਿਹੜਾ ਹੈਗਾ ਉਹ ਐਮਐਸਪੀ ਦਾ ਫਾਰਮੂਲਾ ਘੜਨ ਵਾਸਤੇ ਉਹਨਾਂ ਨੂੰ ਜ਼ਿੰਮੇਵਾਰੀ ਤਾਂ ਹੀ ਦਿੱਤੀ ਗਈ ਹੈ ਕਿ ਇੱਕ ਮਜ਼ਬੂਤ ਜਿਹੜਾ ਫਾਰਮੂਲਾ ਉਹ ਆਪਾਂ ਬਣਾ ਕੇ ਲੈ ਕੇ ਆ ਸਕੀਏ। ਜਿੱਥੋਂ ਤੱਕ ਪੰਜਾਬ ਸਰਕਾਰ ਦੀ ਗੱਲ ਹੈ, ਪੰਜਾਬ ਐਸਾ ਸੂਬਾ ਹੈ ਜਿਹਦੇ ਵਿੱਚ 90% ਫਸਲ ਐਮਐਸਪੀ ਤੇ ਚੱਕੀ ਜਾਂਦੀ ਹੈ। ਔਰ ਅਸੀਂ ਜਿਹੜਾ ਹੈਗਾ ਦੇਸ਼ ਨੂੰ ਐਮਐਸਪੀ ਦਿਵਾਉਣ ਵਾਸਤੇ ਅੱਗੇ ਹੋਏ ਪਏ ਆ। ਉਹ ਜਿਨ੍ਹਾਂ ਨੇ ਲੈਣੀ ਆ ਉਹਨਾਂ ਨੂੰ ਤਾਂ ਮੂਹਰੇ ਕਰ ਲਓ, ਉਹ ਚਾਹੀਦੇ ਆ। ਆਪਾਂ ਨੂੰ ਜਿਹੜਾ ਹੈਗਾ ਚਲੋ ਨੁਮਾਇੰਦਗੀ ਬਰਾਬਰ ਚਾਹੀਦੀ ਆ, ਵੱਧ ਚਾਹੀਦੀ ਆ, ਉਹ ਤਾਂ ਕਹਿ ਹੀ ਦਿੱਤਾ ਖੇਤੀਬਾੜੀ ਮੰਤਰੀ ਨੇ ਕਿ ਸਾਨੂੰ ਸੁਝਾਅ ਭੇਜੋ, ਅਸੀਂ ਉੱਤੇ ਡਿਸਕਸ ਕਰਦੇ ਹਾਂ। ਪਰ ਜਿਹੜਾ ਜਿਨ੍ਹਾਂ ਨੇ ਹੱਕ ਲੈਣਾ ਹੈ ਉਹਨਾਂ ਦੀ ਗੱਲ ਕਰੀਏ ਨਾ, ਉਹ ਕਿੱਥੇ ਬੈਠੇ ਆ? ਅਸੀਂ ਤਾਂ 90% ਲੈ ਰਹੇ ਆ। 90% ਸਾਡੇ ਪੰਜਾਬ ਦੀ ਫਸਲ ਕੇਂਦਰ ਹੀ ਚੱਕਦੀ ਹੈ, ਦਾਣਾ ਦਾਣਾ ਚੱਕਦੀ ਹੈ। ਉਸੇ ਕੇਂਦਰ ਦੇ ਖਿਲਾਫ ਫੇਰ ਧਰਨੇ, ਜਿਹੜੇ ਮੁਆਵਜ਼ੇ ਤੋਂ ਭੱਜ ਗਏ, ਜਿਹੜੇ ਖੜੀ ਦੇ ਮੁਆਵਜ਼ੇ ਤੋਂ ਭੱਜ ਗਏ,
ਜਿਹੜੇ ਮੂੰਗੀ ਚੱਕਣ ਤੋਂ ਭੱਜ ਗਏ, ਜਿਨ੍ਹਾਂ ਨੇ ਕਿਸਾਨਾਂ ਨੇ ਡਾਂਗਾ ਮਾਰੀਆਂ, ਉਹ ਬੰਦੇ ਜਿਹੜੇ ਹੈਗੇ ਉਹਨਾਂ ਦੇ ਖਿਲਾਫ ਕੋਈ ਧਰਨਾ ਨਹੀਂ। ਔਰ ਉਹ ਕਹਿ ਰਹੇ ਹਜੇ ਤਾਂ ਸੰਘੇੜਾ ਸਾਹਿਬ ਇੱਕ ਹੋਰ ਗੱਲ ਕਰਨਗੇ ਵੀ ਅਸੀਂ ਮਸ਼ਰੂਮ ਬਚਾਵਾਂਗੇ। ਉਹ ਗਰੇਵਾਲ ਸਾਹਿਬ ਕਰ ਰਹੇ, ਮੈਂ ਹੱਥ ਜੋੜ ਕੇ ਕਹਿਣਾ ਹੁਣ ਮਸ਼ਰੂਮ ਤੇ ਨਾ MSP ਦੇ ਰਹੇ ਹੋ ਪੰਜਾਬ ਨੂੰ, ਪਹਿਲਾਂ ਹੀ ਤੁਹਾਡੀ ਮੂੰਗੀ ਦੀ MSP ਅਸੀਂ ਦੇਖ ਲਈ, ਔਰ ਤੁਸੀਂ ਆਪ ਦਾ ਜਿਹੜਾ ਹੈਗਾ ਅਸੀਂ ਝੋਨਾ ਕਰਕੇ ਚੱਕੀ ਜਾਂਦੇ ਪੰਜਾਬ ਦਾ, ਉਹ ਸਾਨੂੰ ਚੱਕ ਲੈਣ ਤੇ ਉਹਦੇ ਨਾਲ ਪੰਜਾਬ ਖੁਸ਼ਹਾਲ ਹੈ। ਤੁਸੀਂ ਬਰਬਾਦੀ ਵੱਲ ਨਾ ਲੈ ਕੇ ਜਾਓ ਕੋਈ ਨਵੀਂ ਇਸ ਤਰ੍ਹਾਂ ਦੀ ਨੀਤੀ ਬਣਾ ਕੇ। ਧਾਲੀਵਾਲ ਸਾਹਿਬ, ਤੁਸੀਂ MSP ਦੇ ਹੱਕ ਚੋਂ ਕਦੇ ਕਿਹਾ ਹੈ ਵਾਲੀਆ ਸਾਹਿਬ ਇੱਕ ਲਾਈਨ ਕਹਿਣੀ ਆ, ਝੋਨਾ ਕਣਕ ਦੀ ਗੱਲ ਕਰਦੇ ਹੋ ਤੁਸੀਂ, 23 ਫਸਲਾਂ ਦੀ ਗੱਲ ਕਦੇ ਨਹੀਂ ਕੀਤੀ। ਭਾਰਤੀ ਜਨਤਾ ਪਾਰਟੀ ਦੇ ਨੁਮਾਇੰਦੇ ਹੋ। ਖੈਰ, ਹਰਜੀਤ ਸਿੰਘ ਭੁੱਲਰ ਸਾਹਿਬ, ਵਾਲੀਆ ਸਾਹਿਬ ਗੱਲ ਇਸ ਤਰ੍ਹਾਂ ਹੈਗੀ ਆ, ਧਾਰੀਵਾਲ ਸਾਹਿਬ ਦੀ ਗੱਲ ਠੀਕ ਹੈ ਕਿ 90% ਜਿਹੜਾ ਹੈ ਕਿਸਾਨਾਂ ਦਾ ਜਿਹੜਾ MSP ਹੈ ਝੋਨੇ ਦੀ ਜਾਂ ਜਿਹੜੀ ਤੁਹਾਡੀ ਕਣਕ ਹੈ ਉਹਦੀ, ਇਹ ਚੁੱਕਦੀ ਹੈ, ਕੇਂਦਰ ਸਰਕਾਰ ਚੁੱਕਦੀ ਹੈ। ਲੜਾਈ ਤੇ ਪੰਜਾਬ ਦੀ ਉਹੀ ਹੈ ਕਿ MSP ਜਿਹੜੀ ਹੈ ਜਾਂਦੀ ਲੱਗਣੀ ਹੈ, MSP ਜਿਹੜੀ ਹੈ ਖੋਹ ਲੈਣੀ ਹੈ, ਕਿ ਸਰਕਾਰ ਨੇ ਆਪਣਾ ਹੱਥ ਪਿੱਛੇ ਕਰ ਲੈਣਾ ਹੈ। ਜਿਹੜਾ 90% ਫਸਲ ਜਾਂਦੀ ਹੈ ਉਹ ਕਿਹਨੇ ਚੱਕਣੀ ਨਹੀਂ, ਪ੍ਰਾਈਵੇਟ ਸੈਕਟਰ ਨੇ ਚੱਕਣੀ ਨਹੀਂ। ਉਹ ਇਹੀ ਤਾਂ ਲੜਾਈ ਹੈ। ਧਾਰੀਵਾਲ ਸਾਹਿਬ ਉਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ। ਅੱਜ ਲੜਾਈ ਪੰਜਾਬ ਦੀ ਇਸੇ ਗੱਲ ਦੀ ਹੈ ਕਿ ਸਾਡੀ ਜਿਹੜੀ 90% ਫਸਲ ਚੱਕੀ ਜਾਂਦੀ ਹੈ MSP ਦੇ ਥਰੂ। ਉਹ ਗੱਲ ਸੁਣੋ ਧਾਰੀਵਾਲ ਸਾਹਿਬ, ਮੈਂ ਤੁਹਾਡੀ ਗੱਲ 'ਚ ਬੋਲਿਆ ਨਹੀਂ, ਤੁਸੀਂ ਨਾ ਬੋਲੋ ਵਿੱਚ, ਠੀਕ ਹੈ। ਝੂਠ ਔਰ ਕੁਫਰ ਜਿਹੜਾ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਤੋਲਿਆ ਹੈ ਉਹ ਸਾਰੇ ਲੋਕਾਂ ਦੇ ਸਾਹਮਣੇ ਹੈ। ਆ ਮਾਨ ਸਾਹਿਬ ਬੈਠੇ ਨੇ, ਇਹਨਾਂ ਦੇ ਸਾਹਮਣੇ ਹੈ। ਜੇ ਇਸ ਤਰੀਕੇ ਨਾਲ ਝੂਠ ਬੋਲ ਕੇ ਤੁਸੀਂ ਕਿਸਾਨਾਂ ਨੂੰ ਉੱਥੋਂ ਮੋਰਚੇ ਉਠਾਇਆ ਡਰਦੇ ਹੋਇਆ, ਕਿਉਂਕਿ UP ਦੀ ਇਲੈਕਸ਼ਨ ਸੀ, ਕਿਉਂਕਿ ਪੰਜਾਬ ਦੀ ਇਲੈਕਸ਼ਨ ਸੀ, ਬਾਕੀ ਸਟੇਟਾਂ ਦੀ ਇਲੈਕਸ਼ਨ ਸੀਗੀ, ਤਾਂ ਡਰਦੇ ਹੋਇਆ ਤੁਹਾਨੂੰ ਡਰਦਾ ਪਾਲਾ ਪਿਆ, ਤੁਸੀਂ ਕਿਸਾਨਾਂ ਨੂੰ ਉੱਥੋਂ ਉਠਾਇਆ ਔਰ ਝੂਠ ਬੋਲ ਕੇ ਉਠਾਇਆ। ਜੇ ਤੁਹਾਡਾ ਥੋੜਾ ਬਹੁਤ ਵੀ ਸੱਚ ਹੁੰਦਾ, ਇੱਕ ਮਿੰਟ ਧਾਰੀਵਾਲ ਸਾਹਿਬ ਡਰਾਮੇਬਾਜ਼ ਤੁਹਾਡਾ ਪ੍ਰਧਾਨ ਮੰਤਰੀ ਹੋ ਸਕਦਾ ਹੈ, ਝੂਠ ਤੁਹਾਡਾ ਪ੍ਰਧਾਨ ਮੰਤਰੀ ਬੋਲ ਸਕਦਾ ਹੈ, ਜਾ ਕੇ ਸੰਸਦ ਖੜਾ ਹੋ ਕੇ ਝੂਠ ਬੋਲ ਸਕਦਾ ਹੈ ਤੇ ਸਟੇਜ ਤੇ ਵੀ ਝੂਠ ਬੋਲ ਸਕਦਾ ਹੈ। ਇਸ ਕਰਕੇ ਤੁਸੀਂ ਜ਼ਿਆਦਾ ਵਿੱਚ ਨਾ ਬੋਲੋ, ਪੂਰੀ ਗੱਲ ਪ੍ਰੇਮ ਨੂੰ ਕਰ ਲੈਣ ਦਿਓ। ਦੂਜੀ ਗੱਲ, ਸੰਘੇੜਾ ਸਾਹਿਬ ਬੈਠੇ ਨੇ, ਸੰਘੇੜਾ ਸਾਹਿਬ ਮੂੰਗੀ ਦੇ ਜਿਹੜੇ ਬੀਜ ਨੇ 8000 ਕੁਇੰਟਲ ਬੀਜ ਦਾ ਸਬ ਸਟੈਂਡਰਡ ਨਿਕਲਿਆ, ਤੁਹਾਡੀ ਸਰਕਾਰ ਨੇ ਕੀ ਐਕਸ਼ਨ ਲਿਆ? ਕਿਸੇ ਦੇ ਖਿਲਾਫ ਕੋਈ ਐਕਸ਼ਨ ਲਿਆ? ਕਿਸੇ ਮੰਤਰੀ ਦੇ ਖਿਲਾਫ ਕੋਈ ਐਕਸ਼ਨ ਹੋਇਆ? ਕੋਈ ਨਹੀਂ ਹੋਇਆ। ਜਿਹੜੀ ਮੂੰਗੀ ਦਾ ਤੁਸੀਂ MSP ਦਿੱਤਾ ਸੀਗਾ ਅੱਧ ਰੇਟ ਤੇ ਬਾਹਰ ਵੇਚਦੀ ਰਹੀ, ਤੁਸੀਂ ਤਾਂ 1800 ਕਿੱਲੇ ਦੀ ਸਿਰਫ ਚੱਕ ਕੇ ਦੱਸੋ ਹੱਥ ਧੋਤੇ ਵੀ ਅਸੀਂ ਚੱਕ ਹੀ ਨਹੀਂ ਸਕਦੇ। ਝੂਠ ਦੋਨੋਂ ਸਰਕਾਰਾਂ, ਚਾਹੇ ਉਹ ਦਿੱਲੀ ਦੀ BJP ਦੀ ਸਰਕਾਰ ਹੈ, ਚਾਹੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਇਹ ਦੋਨੋਂ ਪੰਜਾਬ ਦੇ ਲੋਕਾਂ ਨੂੰ ਲੁੱਟਣ ਔਰ ਕੁੱਟਣ ਲੱਗੇ ਹੋਏ ਨੇ। ਦੋਨਾਂ ਦੀ ਇੱਕ ਸਾਂਝ ਹੈ, ਸਾਂਝ ਨਾਲ ਚੱਲਣ ਲੱਗੇ ਹੋਏ ਨੇ। ਔਰ ਜੇ ਇਸ ਤਰੀਕੇ ਨਾਲ ਥਾਲੀ 'ਚ ਪਾਉਂਸ ਯੂਨੀਵਰਸਿਟੀ, ਜੇ ਇਸ ਤਰੀਕੇ ਨਾਲ ਚੰਡੀਗੜ੍ਹ ਦੇ ਸਾਰਾ ਕੁਝ ਇਹ ਦੇਣ ਲੱਗੇ ਹੋਏ, ਥੋੜੀ ਗੱਲ ਆ ਗਈ, ਟਾਈਮ ਬੜਾ ਸੀਮਤ ਹੈ। ਵਾਲੀਆ ਸਾਹਿਬ ਮੂੰਗੀ ਤੇ ਡਿਫਰੈਂਸ ਦੇ ਰਹੇ ਆ, ਬਜਟ ਵਿੱਚ ਪਾ ਦਿੱਤਾ ਆ। ਔਰ ਜਿਹੜਾ ਧਾਲੀਵਾਲ ਸਾਹਿਬ ਇਹ ਗੱਲ ਕਰ ਰਹੇ ਆ ਨਾ ਬਾਰ-ਬਾਰ, ਤੇ ਭੁੱਲਰ ਸਾਹਿਬ ਵੀ ਕਹਿ ਰਹੇ ਆ 100 ਕਰੋੜ ਰੁਪਈਆ ਗੰਨੇ ਦਾ ਬਕਾਇਆ ਜਾਰੀ ਕਰਤਾ ਹੈ। ਉਹ ਬਕਾਇਆ ਪਤਾ ਕਦੋਂ ਦਾ ਚੱਲ ਰਿਹਾ? ਜਦੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਦੀ ਸਰਕਾਰ ਸੀ ਤੇ ਉਸ ਤੋਂ ਬਾਅਦ ਜਦੋਂ ਕਾਂਗਰਸ ਦੀ ਸਰਕਾਰ ਸੀ। ਅਸੀਂ ਤਾਂ ਇਹਨਾਂ ਦੇ ਬਕਾਏ ਵੀ ਦੇ ਰਹੇ ਹਾਂ, ਅਸੀਂ ਵਚਨਬੱਧ ਦਾ ਸਾਰਾ ਕੁਝ ਕਰਾਂਗੇ, ਕਰ ਰਹੇ ਹਾਂ, ਔਰ ਮੂੰਗੀ ਦਾ ਵੀ ਡਿਫਰੈਂਸ ਦੇਵਾਂਗੇ। ਐਵੇਂ ਭੰਡੀ ਪ੍ਰਚਾਰ ਨਾ ਕਰੋ ਭੁੱਲਰ ਸਾਹਿਬ। ਤੁਸੀਂ ਜਿਹੜੇ ਤੁਹਾਡੇ ਵੇਲੇ ਦੇ, ਮੈਂ ਤੁਹਾਨੂੰ ਇੱਕੋ ਗੱਲ ਪੁੱਛਿਆ, 8000 ਕੁਇੰਟਲ ਸਬ ਸਟੈਂਡਰਡ ਬੀਜ ਦਿੱਤਾ ਤੁਸੀਂ, ਕਿਹਦੇ ਖਿਲਾਫ? ਮੁਆਵਜ਼ਾ ਤੁਹਾਡੇ ਵੇਲੇ ਦਾ ਨਹੀਂ ਹੈ, ਗੰਨੇ ਦਾ ਮੁਆਵਜ਼ਾ ਤੁਹਾਡੇ ਵੇਲੇ ਦਾ ਨਹੀਂ ਹੈ। ਅਸੀਂ 100 ਕਰੋੜ ਜਾਰੀ ਕੀਤਾ, ਬਾਕੀ ਵੀ ਕਰ ਰਹੇ ਹਾਂ। ਆਪਾਂ ਮੁੱਦੇ ਤੋਂ ਪਾਸੇ ਨਾ ਜਾਈਏ, ਮੁੱਦੇ ਦੀ ਗੱਲ ਕਰੋ ਯਾਰ। ਕਿਸਾਨ ਅੰਦੋਲਨ ਤੇ ਗੱਲ ਹੋ ਰਹੀ ਹੈ, ਉਹਦੇ ਤੇ ਰਹੀਏ ਆਪਾਂ, MSP ਤੇ। ਬਿਲਕੁਲ ਸੰਘੇੜਾ ਸਾਹਿਬ ਠੀਕ ਕਹਿ ਰਹੇ ਨੇ। ਅੱਜ ਮੁੱਦੇ ਦੀ ਗੱਲ ਕਰੀਏ, ਮੂੰਗੀ ਤੇ ਵੀ ਕਦੇ ਗੱਲ ਕਰਾਂਗੇ। ਸਹਿਜਪਾਲ ਸਿੰਘ ਬਰਾੜ ਸਾਹਿਬ, ਤੁਹਾਡੀ ਟਿੱਪਣੀ ਮੁੱਦੇ ਤੇ। ਬਿਲਕੁਲ ਜੀ, ਸਭ ਤੋਂ ਪਹਿਲੀ ਗੱਲ ਤਾਂ ਮੈਂ ਇਸ ਐਵੇਂ ਫालतू ਦੀ ਲੜਾਈ 'ਚ ਮੈਂ ਗੱਲਾਂ ਨਹੀਂ ਕਰਨੀਆਂ ਚਾਹੁੰਦਾ। ਗੱਲ ਕੀ ਆਪਣਾ ਮੁੱਦਾ ਕੀ ਹੈ? ਸੰਯੁਕਤ ਕਿਸਾਨ ਮੋਰਚੇ ਨੇ ਖੋਲਿਆ, ਜਿਹੜਾ ਆਪਦਾ ਮੋਰਚਾ ਖੋਲਿਆ। ਜਨਾਬ ਮੈਂ ਇੱਕੋ ਗੱਲ ਕਰਨਾ ਚਾਹੁੰਦਾ, ਜਿਹੜਾ BJP ਨੇ ਇਹ ਆਪਦੀ ਸੰਗਠਿਤ ਕਮੇਟੀ ਬਣਾਈ ਹੈ, ਇਹਦੇ ਵਿੱਚ ਜਿਹੜੇ ਇਹਨਾਂ ਨੇ ਮੇਨ ਜਿਹੜੇ 3 ਮੈਂਬਰ ਪਾਏ ਆ, ਜਿਵੇਂ ਇੱਕ ਕ੍ਰਿਸ਼ਨ ਕੁਮਾਰ ਆ ਜਾਂ 1-2 ਹੋਰ ਮੈਂਬਰ ਆ, ਜਿਹੜੇ ਇਹ ਉਹੀ ਬੰਦੇ ਆ ਜਿਨ੍ਹਾਂ ਨੇ ਜਦੋਂ ਸਾਡੇ ਤੇ ਤਿੰਨੋਂ ਕਾਲੇ ਕਾਨੂੰਨ ਜਦੋਂ ਥੋਪੇ ਜਾ ਰਹੇ ਸੀ ਤਾਂ ਇਹ ਉਹਨਾਂ ਦੇ ਵਿੱਚ ਮੁੱਢਲੇ ਰੂਪ 'ਚ ਜਿਹੜੇ ਬੈਠੇ ਸੀ ਸਾਡੇ ਤੇ ਕਿਸਾਨੀ ਜਿਹੜਾ ਇਹ ਕਾਲੇ ਜਿਹੜੇ ਬਿੱਲ ਆ ਇਹ ਪੇਸ਼ ਕਰਨ ਲਈ।
ਔਰ ਦੂਜੀ ਗੱਲ ਮੈਂ ਕਹਿਣਾ ਚਾਹੁੰਦਾ ਜੀ, ਇੱਕੋ ਸਾਡੇ ਕਿਸਾਨ ਲੀਡਰਾਂ ਨੂੰ, ਜਨਾਬ ਇੱਕੋ ਗੱਲ ਹੈ, ਤੁਸੀਂ ਆਪਦੀਆਂ ਲੀਡਰੀਆਂ ਛੱਡੋ, ਆਪਦੇ ਰੌਲੇ ਛੱਡੋ, ਸਾਨੂੰ ਐਮਐਸਪੀ ਚਾਹੀਦੀ ਹੈ ਤੇ ਸਾਨੂੰ ਐਮਐਸਪੀ ਬੀਜੇਪੀ ਦੇ ਨਾਲ ਨਾਲ ਤੁਹਾਡੇ ਤੋਂ ਵੀ ਚਾਹੀਦੀ ਹੈ ਤੇ ਮਿਲ, ਕਿਉਂਕਿ ਸਾਨੂੰ ਤੁਹਾਡੇ ਥਰੂ ਸਕਦੀ ਹੈ, ਕਿਉਂਕਿ ਤੁਸੀਂ ਸਾਡੇ ਅੱਗੇ ਲੱਗ ਕੇ ਦਿੱਲੀ ਦੇ ਵਿੱਚ ਸਾਡੇ ਲੀਡਰ ਬਣ ਕੇ ਬੈਠੇ ਸੀ। ਇੱਕੋ ਬੇਨਤੀ ਹੈ ਮੇਰੀ ਸਾਡੇ ਬੀਜੇਪੀ ਗਵਰਨਮੈਂਟ ਨੂੰ ਆ, ਦੂਜੀ ਸਾਡੇ ਕਿਸਾਨ ਸਾਥੀਆਂ ਨੂੰ ਹੈ, ਜਿਹੜੇ ਸਾਡੇ ਕਿਸਾਨ ਲੀਡਰ ਹੈ, ਕਿ ਭਾਈ ਆਪਸੀ ਜਿਹੜੀ ਇਕੱਤਰਤਾ ਬਣਾਓ। ਔਰ ਦੂਜੀ ਇੱਕ ਤੀਜੀ ਗੱਲ, ਮੈਂ ਜਿਵੇਂ ਆਪਣੇ ਆਮ ਆਦਮੀ ਪਾਰਟੀ ਵਾਲੇ ਭਾਈ ਸਾਹਿਬ ਕਹਿ ਰਹੇ ਸੀ, ਮੈਂ ਕਿਸੇ ਤੇ ਦੂਸ਼ਣ ਨਹੀਂ ਸਿੱਟਣਾ ਚਾਹੁੰਦਾ, ਇੱਕੋ ਗੱਲ ਕਹਿਣਾ ਚਾਹੁੰਦਾ ਕਿ ਜੇ ਤਾਂ ਭਾਈ ਇਹ ਕਮੇਟੀ ਬਣੀ ਹੈ ਤੇ ਸਾਡੇ ਕਿਸਾਨ, ਇਹਨਾਂ ਨੇ ਜਿਵੇਂ ਕਿਹਾ ਹੈ ਕਿ ਸਾਨੂੰ ਸਿਰਫ ਕਿਸਾਨਾਂ ਦੇ ਵਿੱਚੋਂ 3 ਮੈਂਬਰ ਭੇਜ ਦਿੱਤੇ ਜਾਣ, ਜਦੋਂ ਕਿ ਬੀਜੇਪੀ ਨੂੰ ਪਤਾ ਹੈ ਕਿ ਜਿਹੜੀ ਐਸਕੇਐਮ ਹੈ ਇਹਦੇ ਵਿੱਚ ਇਹਨਾਂ ਦੇ ਮੇਨ ਮੈਂਬਰ ਹੀ ਲਗਭਗ 30 ਦੇ ਕਰੀਬ ਹੈ, ਤਾਂ ਇਹਨਾਂ ਦੇ ਟੋਟਲ ਮੈਂਬਰਾਂ ਨੂੰ ਸੱਦਿਆ ਜਾਵੇ, ਇਹਨਾਂ ਨੂੰ ਆਪਸ ਚ ਨਾ ਲੜਾਇਆ ਜਾਵੇ, ਇੱਕ ਇਨਸਾਨੀਅਤ ਦੇ ਨਾਤੇ। ਦੂਜਾ ਨੰਬਰ, ਸਾਡੀ ਪੰਜਾਬ ਸਰਕਾਰ ਹੈ, ਮੈਂ ਨਹੀਂ ਕਹਿਣਾ ਚਾਹੁੰਦਾ ਕਿ ਭਗਵੰਤ ਮਾਨ ਜਾਂ ਮਾੜਾ ਜਾਂ ਚੰਗਾ, ਪਰ ਭਗਵੰਤ ਮਾਨ ਅੱਜ ਸਾਡੇ ਮੁੱਖ ਮੰਤਰੀ ਹੈ, ਸਾਡੇ ਮੁੱਖ ਮੰਤਰੀ ਹੈ, ਕਿਸੇ ਸਰਕਾਰ ਦੇ ਨੁਮਾਇੰਦੇ ਨੂੰ ਵਿੱਚ ਸੱਦ ਕੇ ਸਾਡੀ ਐਮਐਸਪੀ ਦਾ ਜਿਹੜਾ ਉਹ ਹੱਲ ਕੀਤਾ ਜਾਵੇ। ਵਾਲੀਆ ਸਾਹਿਬ ਧੰਨਵਾਦ। ਠੀਕ ਹੈ, ਬਿਲਕੁਲ। ਮਾਨ ਸਾਹਿਬ, ਸ਼ਿੰਗਾਰਾ ਸਿੰਘ ਮਾਨ ਜੀ, ਤੁਸੀਂ ਦੱਸੋ, ਅਖੀਰ ਦੇ ਵਿੱਚ ਲਾਸਟ ਤੁਹਾਡੇ ਤੋਂ ਪ੍ਰੋਗਰਾਮ ਸ਼ੁਰੂ ਕੀਤਾ ਸੀ। ਜੀ ਜੀ, ਸ਼ਿੰਗਾਰਾ ਸਿੰਘ, ਤੁਹਾਡੀ ਆਵਾਜ਼ ਟੁੱਟਣ ਲੱਗ ਗਈ, ਕੁਝ ਦੁਬਾਰਾ ਰਿਪੀਟ ਕਰਿਓ ਗੱਲ ਨੂੰ। ਮੈਂ ਕਹਿ ਰਿਹਾ ਕਿ ਹੁਣ ਅਖੀਰ ਦੇ ਵਿੱਚ ਤੁਹਾਡਾ ਕੀ ਕਮੈਂਟ ਹੈ, ਤੁਹਾਡੀ ਟਿੱਪਣੀ ਕੀ ਹੈ? ਤੁਸੀਂ ਸਾਰੇ ਪੋਲੀਟੀਕਲ ਪਾਰਟੀਆਂ ਨੂੰ ਸੁਣ ਲਿਆ, ਤੁਸੀਂ ਕਿਸਾਨ ਜਥੇਬੰਦੀਆਂ ਨਾਨ ਪੋਲੀਟੀਕਲ ਹੋ, ਤੁਸੀਂ ਇਹਨਾਂ ਪੋਲੀਟੀਕਲ ਪਾਰਟੀਆਂ ਦੇ ਵਿਚਾਰ ਸੁਣੇ, ਆਪਣੀ ਇਹਨਾਂ ਦੀ ਪਾਰਟੀ ਲਾਈਨ ਦੇ ਮੁਤਾਬਕ ਸਾਰੇ ਨੁਮਾਇੰਦੇ ਸਾਡੇ ਇੱਥੇ ਬੋਲੇ, ਜਿਹੜੇ ਪੋਲੀਟੀਕਲ ਪਾਰਟੀਆਂ ਤੋਂ ਆਏ ਸੀ। ਤੁਸੀਂ ਕਿਸਾਨ ਪ੍ਰਤੀਨਿਧ ਦੇ ਤੌਰ ਤੇ ਕੀ ਕਹੋਗੇ? ਮੇਰਾ ਖਿਆਲ ਹੈ ਸ਼ਾਇਦ ਉਹਨਾਂ ਦਾ ਕਨੈਕਸ਼ਨ ਨਹੀਂ ਰਿਹਾ। ਹਾਂ, ਮੈਂ ਸੰਘੇੜਾ ਸਾਹਿਬ ਤੁਹਾਡੀ ਉਂਗਲ ਦੇਖ ਰਿਹਾ ਸੀ ਕਿ ਕੋਈ ਇਸ਼ਾਰਾ ਕਰ ਰਹੇ ਸੀ, ਤੁਸੀਂ ਲਾਸਟ ਕਮੈਂਟ ਤੁਸੀਂ ਦੇ ਲਓ। ਮੈਂ ਇਹੀ ਕਹਿਣਾ ਸੀਗਾ, ਥੋੜਾ ਬਹੁਤ ਅੱਗੇ ਪਿੱਛੇ ਹੋ ਸਕਦੀ ਗੱਲ। ਅਸੀਂ ਪੰਜਾਬ ਸਰਕਾਰ ਨੇ ਬਜਟ ਵਿੱਚ ਜਿਹੜਾ ਮੂੰਗੀ ਦਾ ਡਿਫਰੈਂਸ ਅਸੀਂ ਕਿਹਾ ਸੀ ਨਾ ਕਿ ਜਿਹੜੀ ਕੀਮਤ ਹੈਗੀ ਉਹਦਾ ਬਜਟ ਵਿੱਚ ਵੀ ਪਾਸ ਕਰਤਾ ਹੈ ਧਾਲੀਵਾਲ ਸਾਹਿਬ, ਅਸੀਂ ਉਹ ਦੇਣਾ ਆ। ਆਪਾਂ ਨਾ ਮੁੱਦੇ ਨੂੰ ਡਰਿਫਟ ਕਰਕੇ ਆਪਾਂ ਨੂੰ ਹੋਰ ਬਥੇਰੇ ਮੌਕੇ ਮਿਲਦੇ ਆ ਇੱਕ ਦੂਜੇ ਦੀਆਂ ਖਾਮੀਆਂ ਬਾਰੇ ਗੱਲ ਕਰਨ ਲਈ। ਸੋ ਉਹ ਪੰਜਾਬ ਸਰਕਾਰ ਵਚਨਬੱਧ ਹੈ, ਜੋ ਵੀ ਅਸੀਂ ਐਲਾਨ ਕੀਤੇ ਉਹਨਾਂ ਤੇ ਪੂਰੇ ਉਤਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਬਿਜਲੀ ਫ੍ਰੀ ਕਰਨ ਦਾ ਕਿਹਾ ਸੀਗਾ, 1 ਜੁਲਾਈ ਤੋਂ ਫ੍ਰੀ ਕੀਤੀ ਆ, ਬਕਾਇਦਾ ਐਨ ਸ਼ਰੇਆਮ ਕੀਤੀ ਆ। ਔਰ 2 ਮੰਤਰੀ ਜਿਹੜੇ ਆ ਇਹ ਕਾਂਗਰਸ ਦੇ ਫੜ ਕੇ ਅੰਦਰ ਕੀਤੇ ਆ, ਇੱਕ ਅਸੀਂ ਮੰਤਰੀ ਆਪਣਾ ਫੜ ਕੇ ਅੰਦਰ ਕਰਤਾ, ਕਿਹਾ ਅਸੀਂ ਕਰਪਸ਼ਨ ਫ੍ਰੀ ਸਰਕਾਰ ਦੇਵਾਂਗੇ। ਤੁਸੀਂ ਦੱਸੋ ਕਿੱਥੇ ਕਿਹੜਾ ਕਰਪਸ਼ਨ ਕਰਦਾ ਆ? ਆਈ ਵਿਲ ਬੀ ਦਾ 1% ਟੂ ਬੀ ਸੰਘੇੜਾ ਸਾਹਿਬ ਜਿਹੜਾ ਦਿੱਲੀ ਅੰਦਰ ਹੋਇਆ ਹੈ ਉਹਦੀ ਤਾਂ ਥਾਪੀ ਜਾਂਦੇ ਹੋ, ਜਿਹੜਾ ਦਿੱਲੀ ਅੰਦਰ ਹੋਇਆ ਹੈ ਉਹਦੀ ਪਿੱਠ ਕੇ ਥਾਪੀ ਜਾਂਦੇ ਹੋ। ਕੋਈ ਸਵਾਦ ਨਹੀਂ ਆ ਰਿਹਾ ਤੁਹਾਡੀ ਗੱਲ ਦਾ। ਮੈਂ ਤਾਂ ਪੰਜਾਬ ਸਰਕਾਰ ਦੀ ਗੱਲ ਧਾਲੀਵਾਲ ਨੇ ਧਾਲੀਵਾਲ ਸਾਹਿਬ ਨੇ, ਮੈਂ ਜਵਾਬ ਦੇ ਰਿਹਾ। ਮਹਾਕਰਪਟ ਸਰਕਾਰ ਨਹੀਂ, ਗੱਲ ਸੁਣੋ, ਤੁਸੀਂ ਮੋਰਚੇ ਦੀ 10,000 ਕਰੋੜ ਰੁਪਇਆ ਟਰਮੀਨਲ ਕਰਕੇ ਤੁਸੀਂ 10,000 ਤੁਹਾਡੀ ਘਰ ਵਾਪਸ ਕਿਉਂ ਗਈ? ਮੰਤਰੀ ਫੜ ਲਏ, ਤੁਸੀਂ ਕਿਸਾਨੀ ਦੀ ਮੂੰਗੀ ਦਾ ਜਵਾਬ ਦਿਓ, ਮੂੰਗੀ ਦਾ ਜਵਾਬ। ਚਲੋ ਖੈਰ, ਜਿਹੜੀ ਗੱਲ ਅਸੀਂ ਕਰਨੀ ਚਾਹੁੰਦੇ ਸੀ ਕਿ ਅੱਜ ਕਿਸਾਨ ਮੋਰਚਾ ਦੁਬਾਰਾ ਸ਼ੁਰੂ ਹੋ ਗਿਆ, ਜਦ ਮੋਰਚਾ ਖੋਲ ਲਿਆ ਕਿਸਾਨਾਂ ਨੇ, ਕਿਸਾਨ ਸੰਯੁਕਤ ਕਿਸਾਨ ਮੋਰਚੇ ਨੇ ਮੋਰਚਾ ਖੋਲ ਲਿਆ, ਤੇ ਹੁਣ ਵੱਡਾ ਮਸਲਾ ਐਮਐਸਪੀ ਦੀ ਕਾਨੂੰਨੀ ਗਰੰਟੀ ਦਾ ਤੇ ਉਹਦੇ ਨਾਲ ਹੋਰ ਮੰਗਾਂ ਜਿਹੜੀਆਂ ਉਹ ਜੁੜੀਆਂ ਹੋਈਆਂ ਨੇ, ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਹੈ। ਭਾਵੇਂ ਉਹ ਲਖੀਮਪੁਰ ਖੀਰੀ ਦਾ ਕੇਸ ਹੋਵੇ, ਭਾਵੇਂ ਕਿਸਾਨਾਂ ਦੇ ਮੁਆਵਜ਼ੇ ਦਾ ਕੇਸ ਹੋਵੇ, ਤੇ ਜਾਂ ਕੇਸ ਵਾਪਸੀ ਦਾ ਕੇਸ ਹੋਵੇ, ਜਿਹੜੇ ਕਿਸਾਨਾਂ ਤੇ ਕੇਸ ਹੋਏ ਨੇ, ਇਹਨਾਂ ਨੂੰ ਲੈ ਕੇ ਮੋਰਚਾ ਖੋਲਿਆ। ਇੱਕ ਨਵੀਂ ਮੰਗ ਜਿਹੜੀ ਨਾਲ ਜੋੜੀ ਗਈ ਹੈ ਅਗਨੀਪਥ ਨੂੰ ਰੱਦ ਕਰਨ ਦੀ, ਇਹ ਕਿੱਥੇ ਤੱਕ ਪਹੁੰਚਦਾ ਹੈ ਤੇ ਜਾਂ ਸਾਰੇ ਦੇਸ਼ ਦੇ ਵਿੱਚ ਅੱਜ ਕਿੰਨਾ ਕੁ ਅਸਰ ਹੁੰਦਾ ਹੈ? ਬਿਲਕੁਲ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸੱਤਾਧਾਰੀ ਤੇ ਰਹਿ ਕੇਂਦਰ ਦੇ ਵਿੱਚ ਬਹੁਤ ਉਹਨਾਂ ਦੀਆਂ ਖੁਫੀਆ ਏਜੰਸੀਜ਼ ਅੱਜ ਰਿਪੋਰਟ ਦੇਣਗੀਆਂ, ਤੇ ਜੇ ਕਿਸਾਨ ਜਿਸ ਤਰੀਕੇ ਨਾਲ ਪਹਿਲਾਂ ਮੋਰਚਾ ਜਿਹੜਾ ਸਫਲ ਹੁੰਦਾ ਸੀ ਉਹ ਦੇਖਣਗੇ। ਨਹੀਂ ਤਾਂ ਜਿਹੜੀ ਗੱਲ ਅਸੀਂ ਚਰਚਾ ਕਰ ਰਹੇ ਸੀ, ਜਿਹੜੀਆਂ ਸਰਕਾਰਾਂ ਨੇ ਉਹ ਇਹੀ ਦੇਖਦੀਆਂ ਹੁੰਦੀਆਂ ਨੇ ਕਿ ਇਹਨਾਂ ਦੇ ਕੋਲ ਹੈ ਕਿੰਨੇ ਕੁ ਲੋਕ, ਕਿੰਨੇ ਕੁ ਨੇ ਜਿਹੜੇ ਇਹਨਾਂ ਦੇ ਨਾਲ ਨੇ। ਤੇ ਅੱਜ ਪੰਜਾਬ 'ਚ ਘੱਟੋ ਘੱਟ, ਭਾਵੇਂ ਕੁਝ ਸਾਡੇ ਨੁਮਾਇੰਦੇ ਸਮਝਦੇ ਨੇ ਕਿ ਮੱਠਾ ਅੰਗਾਰਾ, ਪਰ ਸਾਰੇ ਪੰਜਾਬ ਦੇ ਵਿੱਚ ਰੇਲਾਂ ਜਿਹੜੀਆਂ ਰੁਕੀਆਂ ਨਜ਼ਰ ਆਈਆਂ। ਅੱਗੇ ਕੀ ਬਣਦਾ? ਹੁਣ ਇਹਨਾਂ ਨੇ ਇੱਕ ਮੀਟਿੰਗ ਕਰਨੀ ਹੈ ਸੰਯੁਕਤ ਕਿਸਾਨ ਮੋਰਚੇ ਨੇ, ਅਗਲੀ ਰਣਨੀਤੀ ਜਿਹੜੀ ਹੈ
ਉਹਦੇ 'ਚ ਘੜੀ ਜਾਏਗੀ। ਉਹ 'ਚ ਦੇਖਦੇ ਹਾਂ ਕਿ ਕਿਸ ਕਿਸਮ ਦੀ ਰਣਨੀਤੀ ਹੁੰਦੀ ਹੈ। ਅੱਜ ਜਿਹੜੇ ਮਹਿਮਾਨ ਆਏ ਉਹਨਾਂ ਦਾ ਕਰੀਏ ਧੰਨਵਾਦ। ਸਰਦਾਰ ਜਗਤਾਰ ਸਿੰਘ ਸੰਘੇੜਾ ਸਾਹਿਬ, ਸਹਿਜਪਾਲ ਸਿੰਘ ਬਰਾੜ ਸਾਹਿਬ, ਹਰਜੀਤ ਸਿੰਘ ਭੁੱਲਰ ਜੀ ਔਰ ਕੁਲਦੀਪ ਸਿੰਘ ਧਾਲੀਵਾਲ ਸਾਹਿਬ, ਸ਼ਿੰਗਾਰਾ ਸਿੰਘ ਮਾਨ ਜੀ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਆਏ ਤੇ ਅੱਜ ਜਿਹੜਾ ਬਹੁਤ ਅਹਿਮ ਮੁੱਦਾ ਸੀ ਉੱਤੇ ਤੁਸੀਂ ਗੱਲ ਕੀਤੀ। ਤੇ ਪਿਆਰੇ ਦਰਸ਼ਕੋ, ਤੁਹਾਡਾ ਧੰਨਵਾਦ ਹਮੇਸ਼ਾ ਵਾਂਗ ਬਹੁਤ ਜ਼ਿਆਦਾ, ਕਿਉਂਕਿ ਤੁਹਾਨੂੰ ਪਤਾ ਹੈ ਕਿ ਤੁਸੀਂ ਸਾਡੀ ਡਿਬੇਟ ਨੂੰ ਸੱਥਾਂ ਦੀ ਡਿਬੇਟ ਬਣਾਉਣੇ ਹੋ। ਤੁਹਾਡਾ ਧੰਨਵਾਦ। ਕੱਲ ਸਵੇਰੇ ਆਪਾਂ ਮਿਲਣਾ ਹੈ ਖਬਰ ਤੇ ਨਜ਼ਰ ਹਰਜਿੰਦਰ ਵਾਲੀਆ ਸ਼ੋਅ ਦੇ ਵਿੱਚ, ਤੇ ਕੱਲ ਸ਼ਾਮ ਨੂੰ 5:30 ਵਜੇ ਚਰਚਾ 'ਚ ਮਿਲਾਂਗੇ। ਤੇ ਜਿਹੜੇ ਦਰਸ਼ਕਾਂ ਨੇ ਪ੍ਰੋਗਰਾਮ ਹੁਣ ਨਹੀਂ ਦੇਖ ਸਕੇ 9:40 ਤੇ ਰਾਤ ਨੂੰ ਦੇਖ ਸਕਦੇ ਹਾਂ। ਅਸੀਂ ਇਹਨੂੰ ਰਿਪੀਟ ਕਰਦੇ ਹਾਂ ਔਰ YouTube ਤੇ Facebook ਤੇ ਵੀ ਤੁਸੀਂ ਦੇਖ ਸਕਦੇ ਹੋ। ਬਹੁਤ ਬਹੁਤ ਸ਼ੁਕਰੀਆ। चर्चा